ਵਿੱਕੀ ਨੇ ਰਾਤ ਨੂੰ 9 ਵਜੇ ਫੋਨ ਕੀਤਾ। ਸਿੰਮੀ ਨੂੰ ਕਹਿੰਦਾ ਤਿਆਰ ਰਹੀਂ, ਮੈਂ ਪੂਰੇ 1 ਵਜੇ ਆਵਾਂਗਾ। ਅੱਗੋਂ ਸਿੰਮੀ ਨੇ ਪਹਿਲੀ ਬੈਲ 'ਤੇ ਹੀ ਫੋਨ ਚੁੱਕ ਲਿਆ। ਉਸਨੇ ਹੌਲੀ ਜਿਹੀ ਕਿਹਾ, ਵਿੱਕੀ ਮੈਂ ਤਿਆਰ ਹਾਂ, ਤੂੰ ਬਸ 1 ਵਜੇ ਆ ਜਾਵੀਂ। ਫਿਰ ਜੋ ਹੋਇਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਮੇਰਾ ਨਾਮ ਸਿੰਮੀ ਹੈ। ਸਾਡੇ ਘਰ ਵਿੱਚ ਮੈਂ ਤੇ ਮੇਰਾ ਵੱਡਾ ਭਰਾ ਤੇ ਮੇਰੀ ਮੰਮੀ ਰਹਿੰਦੇ ਹਾਂ। ਮੈਂ 4 ਸਾਲ ਦੀ ਸੀ ਤਾਂ ਮੇਰੇ ਪਾਪਾ ਦੀ ਮੌਤ ਹੋ ਗਈ ਸੀ। ਮੇਰਾ ਭਰਾ ਮੇਰੇ ਤੋਂ 1 ਸਾਲ ਛੋਟਾ ਹੈ। ਮੇਰੀ ਮਾਂ ਨੇ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਬਹੁਤ ਔਖਾਂ ਦੇ ਨਾਲ ਪਾਲਿਆ ਸੀ। ਮੇਰੇ ਪਾਪਾ ਦੀ ਜੋ ਜ਼ਮੀਨ ਸੀ ਉਹ ਮੇਰੇ ਚਾਚੇ ਤਾਏ ਵਾਹੁੰਦੇ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਠੇਕਾ ਹਿੱਸਾ ਦਿੰਦੇ ਸੀ। ਸਾਡੇ ਕਰਕੇ ਮੇਰੀ ਮਾਂ ਨੇ ਬਹੁਤ ਤੰਗੀਆਂ ਤੁਰਸ਼ੀਆਂ ਸਹੀਆਂ, ਪਰ ਸਾਨੂੰ ਦੋਨਾਂ ਨੂੰ ਪਿੰਡ ਦੇ ਸਕੂਲ ਵਿੱਚ ਹੀ ਪੜ੍ਹਾਇਆ। ਅਸੀਂ ਦੋਨੋਂ ਭੈਣ ਭਰਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਸਕੂਲੋਂ ਆ ਕੇ ਅਸੀਂ ਦੋਨੋਂ ਭੈਣ ਭਰਾ ਮੇਰੀ ਮਾਂ ਨਾਲ ਘਰ ਦਾ ਕੰਮ ਕਰਵਾਉਂਦੇ। ਡੰਗਰ ਪਸ਼ੂ ਸਾਂਭਣੇ ਜਾਂ ਖੇਤ ਦਾ ਕੋਈ ਥੋੜ੍ਹਾ ਬਹੁਤਾ ਕੰਮ ਹੁੰਦਾ ਤਾਂ ਮੇਰਾ ਭਰਾ ਕਰ ਲੈਂਦਾ ਸੀ। ਬਾਕੀ ਘਰ ਦਾ ਰੋਟੀ ਪਾਣੀ ਮੈਂ ਕਰਦੀ ਸੀ। ਸਾਡੇ ਲਈ ਮੇਰੀ ਮਾਂ ਨੇ ਮੇਰੀਆਂ ਚਾਚੀਆਂ ਤਾਈਆਂ ਅੱਗੇ ਬਹੁਤ ਵਾਰ ਹੱਥ ਅੱਡੇ ਸਨ। ਉਹ ਸਾਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦੀ ਸੀ। ਮੇਰੀ ਵੱਡੀ ਤਾਈ, ਜਿਹੜੀ ਕਿ ਮੇਰੀ ਮਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ, ਪਰ ਉਹ ਮੇਰਾ ਬਹੁਤ ਮੋਹ ਕਰਦੀ ਸੀ। ਜਦੋਂ ਕਿਤੇ ਮੇਰੀ ਮਾਂ ਨੇ ਮੇਰੀ ਤਾਈ ਨਾਲ ਗੁੱਸੇ ਹੋਣਾ ਤਾਂ ਮੇਰੀ ਮਾਂ ਨੇ ਇੱਕੋ ਹੀ ਗੱਲ ਕਹਿਣੀ ਕਿ ਤੂੰ ਆਪਣੀ ਤਾਈ ਦੇ ਬਹੁਤਾ ਨੇੜੇ ਨਾ ਜਾਇਆ ਕਰ, ਤੂੰ ਨਿਆਣੀ ਆ ਧੀਏ, ਤੈਨੂੰ ਨਹੀਂ ਪਤਾ। ਉਹ ਦਿਲ ਦੀ ਬਹੁਤ ਖੋਟੀ ਔਰਤ ਹੈ। ਦਿਲ ਦੇ ਵਿੱਚ ਪਤਾ ਨਹੀਂ ਆਪਣੇ ਪ੍ਰਤੀ ਕੀ ਖਾਰ ਰੱਖਦੀ ਹੈ। ਤਾਂ ਮੈਂ ਕਹਿ ਦੇਣਾ ਕਿ ਮਾਂ, ਤੇਰੇ ਨਾਲ ਤਾਈ ਗੁੱਸੇ ਆ ਤੈਨੂੰ ਤਾਂ ਲੱਗਦਾ, ਪਰ ਮੇਰਾ ਤਾਂ ਤਾਈ ਬਹੁਤ ਮੋਹ ਕਰਦੀ ਆ। ਮੇਰੀ ਮਾਂ ਨੇ ਕਹਿਣਾ ਕਿ ਧੀਏ, ਕਈ ਲੋਕ ਮੂੰਹ ਦੇ ਮਿੱਠੇ ਪਰ ਦਿਲ ਦੇ ਖੋਟੇ ਹੁੰਦੇ ਨੇ, ਤੈਨੂੰ ਨਹੀਂ ਪਤਾ। ਮੈਂ ਦੁਨੀਆ ਵੇਖੀ ਹੈ, ਇਸੇ ਲਈ ਤੈਨੂੰ ਸਮਝਾਉਂਦੀ ਹਾਂ। ਪਰ ਮੈਂ ਆਪਣੀ ਮਾਂ ਦੀ ਗੱਲ 'ਤੇ ਗੌਰ ਨਾ ਕਰਦੀ। ਜਦੋਂ ਮੈਂ 10ਵੀਂ ਵਿੱਚ ਹੋਈ ਤਾਂ ਮੈਂ ਬਹੁਤ ਸੋਹਣੀ ਸੀ। ਮੈਂ ਪਿੰਡ ਦੇ ਵਿੱਚ ਸਕੂਲ ਜਾਂਦੀ ਤਾਂ ਅਕਸਰ ਸਕੂਲ ਦੇ ਮੁੰਡੇ ਮੈਨੂੰ ਛੇੜਦੇ ਰਹਿੰਦੇ। 1-2 ਵਾਰ ਮੈਂ ਆਪਣੀ ਮਾਂ ਨੂੰ ਇਹ ਗੱਲ ਦੱਸੀ ਤਾਂ ਮੇਰੀ ਮਾਂ ਨੂੰ ਮੇਰਾ ਫਿਕਰ ਹੋਣ ਲੱਗਿਆ ਅਤੇ ਉਹ ਮੈਨੂੰ ਇੱਕੋ ਹੀ ਗੱਲ ਸਮਝਾਉਂਦੀ ਕਿ ਧੀਏ, ਤੇਰਾ ਪਿਓ ਸਿਰ 'ਤੇ ਨਹੀਂ ਆ। ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਜਿਸ ਕਰਕੇ ਮੇਰਾ ਵਿਧਵਾ ਔਰਤ ਦਾ ਬੁਢਾਪਾ ਰੁਲ ਜਾਵੇ ਤੇ ਲੋਕ ਮੈਨੂੰ ਤਾਨੇ ਮਿਹਣੇ ਮਾਰ ਦੇਣ। ਆਪਣੀ ਮਾਂ ਨੂੰ ਹਮੇਸ਼ਾ ਮੈਂ ਯਕੀਨ ਦਿਵਾਉਂਦੀ ਕਿ ਮਾਂ ਤੂੰ ਮੇਰੇ 'ਤੇ ਭਰੋਸਾ ਰੱਖ। ਸਕੂਲੋਂ ਆ ਕੇ ਅਕਸਰ ਮੈਂ ਆਪਣੇ ਤਾਏ ਕੇ ਘਰ ਚਲੀ ਜਾਂਦੀ ਸੀ। ਮੇਰੇ ਤਾਏ ਦੀ ਕੁੜੀ ਤੇ ਮੁੰਡਾ ਮੇਰੇ ਹਾਣੋ ਹਾਣੀ ਸੀ। ਸਾਡਾ ਭੈਣ ਭਰਾਵਾਂ ਦਾ ਆਪਸ ਵਿੱਚ ਬਹੁਤ ਮੋਹ ਸੀ। ਕਦੇ-ਕਦੇ ਮੈਨੂੰ ਮੇਰੀ ਤਾਈ ਕਹਿੰਦੀ ਕਿ ਪੁੱਤ ਤੇਰਾ ਸੁਭਾਅ ਤਾਂ ਵਧੀਆ, ਪਰ ਤੇਰੀ ਮਾਂ ਤਾਂ ਮੇਰੇ ਨਾਲ ਮੱਤ ਨਹੀਂ ਮਿਲਾਉਂਦੀ। ਮੈਂ ਤਾਂ ਤੁਹਾਡਾ ਬਹੁਤ ਕਰਦੀ ਆ, ਪਰ ਤੇਰੀ ਮਾਂ ਮੇਰੇ 'ਤੇ ਭਰੋਸਾ ਨਹੀਂ ਕਰਦੀ। ਆਪਣੀ ਤਾਈ ਦੀ ਗੱਲ ਸੁਣ ਕੇ ਮੈਨੂੰ ਲੱਗਦਾ ਕਿ ਤਾਈ ਬਿਲਕੁਲ ਸੱਚ ਕਹਿੰਦੀ ਹੈ। ਇੱਕ ਦਿਨ ਜਦੋਂ ਮੈਂ ਤਾਈ ਦੇ ਘਰ ਗਈ ਤਾਂ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਮੁੰਡਾ ਆਇਆ ਹੋਇਆ ਸੀ। ਉਹ ਮੇਰੇ ਕਹਾਣ ਦਾ ਹੀ ਸੀ। ਉਹ ਤਾਈ ਕੋਲ ਬੈਠਾ ਗੱਲਾਂ ਬਾਤਾਂ ਕਰ ਰਿਹਾ ਸੀ। ਜਦੋਂ ਮੈਂ ਤਾਈ ਕੇ ਘਰ ਗਈ ਤਾਂ ਮੈਂ ਉਸ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਅੰਦਰ ਚਲੀ ਗਈ। ਮੇਰੇ ਤਾਇਆ ਜੀ ਦੀ ਕੁੜੀ ਅੰਦਰ ਬੈਠੀ ਪੜ੍ਹ ਰਹੀ ਸੀ। ਮੈਂ ਉਸ ਨੂੰ ਜਾ ਕੇ ਪੁੱਛਿਆ ਕਿ ਤਾਈ ਕੋਲ ਮੁੰਡਾ ਕੌਣ ਬੈਠਾ ਹੈ? ਤਾਂ ਮੇਰੀ ਭੈਣ ਨੇ ਦੱਸਿਆ ਕਿ ਉਹ ਸਾਡੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤੇਦਾਰ ਹੈ। ਉਹ ਮੁੰਡਾ ਬਹੁਤ ਸੋਹਣਾ ਸੀ। ਮੈਂ ਜਦੋਂ ਹੀ ਉਸ ਨੂੰ ਵੇਖਿਆ ਤਾਂ ਉਸ ਵੱਲ ਖਿੱਚੀ ਗਈ ਸਾਂ। ਫਿਰ ਮੈਂ ਭੈਣ ਕੋਲੋਂ ਉੱਠ ਕੇ ਬਾਹਰ ਤਾਈ ਕੋਲ ਆ ਗਈ, ਜਿੱਥੇ ਉਹ ਮੁੰਡਾ ਬੈਠਾ ਸੀ। ਜਦੋਂ ਮੈਂ ਉਸ ਵੱਲ ਵੇਖਿਆ ਤਾਂ ਉਹ ਮੇਰੇ ਵੱਲ ਵੇਖ ਰਿਹਾ ਸੀ। ਅੱਖਾਂ ਹੀ ਅੱਖਾਂ ਵਿੱਚ ਮੈਨੂੰ ਉਹ ਮੁੰਡਾ ਪਸੰਦ ਆ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਉਹ ਚਲਿਆ ਗਿਆ। ਉਹ ਤਾਂ ਚਲਿਆ ਗਿਆ, ਪਰ ਮੈਨੂੰ ਇਦਾਂ ਲੱਗਿਆ ਜਿਵੇਂ ਉਹ ਮੇਰਾ ਸਭ ਕੁਝ ਖੋਹ ਕੇ ਲੈ ਗਿਆ ਹੋਵੇ। ਮੈਨੂੰ ਵਾਰ-ਵਾਰ ਉਸ ਮੁੰਡੇ ਦੀ ਯਾਦ ਆ ਰਹੀ ਸੀ। ਜਾਂਦਾ ਜਾਂਦਾ ਉਹ ਮੈਨੂੰ ਵੇਖ ਕੇ ਮੁਸਕਰਾ ਕੇ ਗਿਆ ਸੀ। ਉਸ ਦੀ ਉਹ ਮੁਸਕਰਾਹਟ ਮੈਨੂੰ ਭੁੱਲਦੀ ਨਹੀਂ ਸੀ। ਅਗਲੇ ਦਿਨ ਜਦੋਂ ਮੈਂ ਸਕੂਲੋਂ ਆਈ ਤਾਂ ਮੈਂ ਆਪਣੀ ਤਾਈ ਦੇ ਘਰ ਫਿਰ ਚਲੀ ਗਈ ਤੇ ਬਹਾਨੇ ਨਾਲ ਆਪਣੇ ਤਾਏ ਦੀ ਕੁੜੀ ਨੂੰ ਪੁੱਛਿਆ ਕਿ ਜਿਹੜਾ ਮੁੰਡਾ ਤੁਹਾਡੀ ਰਿਸ਼ਤੇਦਾਰੀ ਵਿੱਚੋਂ ਆਇਆ ਸੀ ਉਹ ਕਿਹੜੇ ਪਿੰਡ ਦਾ ਹੈ? ਤਾਂ ਉਸਨੇ ਮੈਨੂੰ ਦੱਸਿਆ ਕਿ ਆਪਣੇ ਤੋਂ ਥੋੜ੍ਹੀ ਦੂਰ ਨੇੜਲੇ ਪਿੰਡ ਦਾ ਹੀ ਹੈ। ਮੈਂ ਆਨੇ ਬਹਾਨੇ ਉਸ ਮੁੰਡੇ ਬਾਰੇ ਆਪਣੀ ਭੈਣ ਨੂੰ ਪੁੱਛਦੀ ਰਹੀ ਤੇ ਮੇਰੀ ਭੈਣ ਨੇ ਮੈਨੂੰ ਕਿਹਾ ਕਿ ਤੂੰ ਉਹਦੇ ਬਾਰੇ ਇੰਨਾ ਕਿਉਂ ਪੁੱਛ ਰਹੀ ਹੈ? ਪਹਿਲਾਂ ਤਾਂ ਤੂੰ ਉਹਦੇ ਬਾਰੇ ਕਦੇ ਨਹੀਂ ਪੁੱਛਿਆ। ਤਾਂ ਮੈਂ ਉਸਨੂੰ ਕਿਹਾ ਕਿ ਪਹਿਲਾਂ ਮੈਂ ਉਸਨੂੰ ਕਦੇ ਵੇਖਿਆ ਹੀ ਨਹੀਂ ਸੀ। ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਮੈਂ ਘਰ ਮੁੜ ਆਈ। ਘਰ ਆ ਕੇ ਵੀ ਮੇਰਾ ਕਿਤੇ ਜੀ ਨਾ ਲੱਗਿਆ। ਅਗਲੇ ਦਿਨ ਮੈਂ ਫਿਰ ਤਾਈ ਜੀ ਦੇ ਘਰ ਗਈ ਤਾਂ ਉਹ ਮੁੰਡਾ ਫਿਰ ਆਇਆ ਹੋਇਆ ਸੀ। ਉਸ ਨੂੰ ਵੇਖ ਕੇ ਮੇਰੇ ਚਿਹਰੇ 'ਤੇ ਜਿਵੇਂ ਰੌਣਕ ਆ ਗਈ ਹੋਵੇ। ਮੈਂ ਫਿਰ ਉਸ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤੇ ਉਹਨਾਂ ਦੇ ਕੋਲ ਹੀ ਬੈਠ ਗਈ। ਗੱਲਾਂ ਬਾਤਾਂ ਵਿੱਚ ਉਸ ਮੁੰਡੇ ਨੇ ਮੇਰੀ ਤਾਈ ਤੋਂ ਮੇਰੇ ਬਾਰੇ ਪੁੱਛਿਆ ਤਾਂ ਮੇਰੀ ਤਾਈ ਨੇ ਦੱਸ ਦਿੱਤਾ ਕਿ ਇਹ ਮੇਰੇ ਦਿਓਰ ਦੀ ਕੁੜੀ ਹੈ। ਮੇਰੀ ਤਾਈ ਨੇ ਮੇਰੀ ਭੈਣ ਨੂੰ ਆਵਾਜ਼ ਮਾਰੀ ਕਿ ਉਸ ਮੁੰਡੇ ਲਈ ਚਾਹ ਬਣਾਵੇ
ਤਾਂ ਮੈਂ ਆਪਣੀ ਤਾਈ ਨੂੰ ਕਿਹਾ ਕਿ ਤਾਈ ਜੀ, ਭੈਣ ਪੜ੍ਹ ਰਹੀ ਹੈ, ਚਾਹ ਮੈਂ ਬਣਾ ਦਿੰਦੀ ਹਾਂ। ਮੈਂ ਰਸੋਈ ਵਿੱਚ ਗਈ ਅਤੇ ਚਾਹ ਬਣਾ ਲਿਆਈ। ਚਾਹ ਪੀਂਦੇ ਹੀ ਉਹ ਮੁੰਡਾ ਕਹਿਣ ਲੱਗਾ ਕਿ ਚਾਹ ਬਹੁਤ ਕਮਾਲ ਦੀ ਬਣਾਈ ਹੈ। ਉਸਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਕਾਫੀ ਟਾਈਮ ਬੈਠਣ ਤੋਂ ਬਾਅਦ ਉਹ ਚਲਾ ਗਿਆ ਤੇ ਜਾਂਦਾ ਜਾਂਦਾ ਮੈਨੂੰ ਆਪਣਾ ਮੋਬਾਈਲ ਨੰਬਰ ਪਰਚੀ ਤੇ ਲਿਖ ਕੇ ਫੜਾ ਗਿਆ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਫੋਨ ਨੰਬਰ ਹੀ ਦੇਣ ਆਇਆ ਹੋਵੇ। ਘਰ ਆ ਕੇ ਮੈਂ ਆਪਣੇ ਭਰਾ ਦੇ ਫੋਨ ਤੋਂ ਉਸਨੂੰ ਫੋਨ ਲਾ ਲਿਆ। ਉਸਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਹੋ। ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਵੇਖਿਆ ਸੀ ਤਾਂ ਤੁਸੀਂ ਮੈਨੂੰ ਪਸੰਦ ਆ ਗਏ। ਮੈਂ ਸੰਗਦੀ ਸੰਗਦੀ ਨੇ ਕਿਹਾ ਕਿ ਤੁਸੀਂ ਵੀ ਮੈਨੂੰ ਬਹੁਤ ਪਸੰਦ ਹੋ। ਇਸ ਤਰ੍ਹਾਂ ਅਸੀਂ 5-10 ਮਿੰਟ ਗੱਲਬਾਤ ਕੀਤੀ। ਮੈਂ ਉਸਨੂੰ ਕਿਹਾ ਕਿ ਉਹ ਫੋਨ ਮੇਰੇ ਭਰਾ ਦਾ ਹੈ, ਇਸ ਤੇ ਕਾਲ ਜਾਂ ਮੈਸੇਜ ਨਾ ਕਰੀ। ਤਾਂ ਉਸਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਆਪਣਾ ਫੋਨ ਨਹੀਂ ਆ। ਮੈਂ ਉਸਨੂੰ ਕਿਹਾ ਕਿ ਨਹੀਂ, ਮੇਰੇ ਕੋਲ ਫੋਨ ਨਹੀਂ। ਉਸਨੇ ਮੈਨੂੰ ਕਿਹਾ ਕਿ ਫਿਰ ਆਪਾਂ ਗੱਲ ਕਿਵੇਂ ਕਰਿਆ ਕਰਾਂਗੇ। ਤਾਂ ਮੈਂ ਉਸਨੂੰ ਕਿਹਾ ਕਿ ਮੈਂ ਆਪੇ ਹੀ ਵੀਰੇ ਦੇ ਫੋਨ ਤੋਂ ਤੁਹਾਨੂੰ ਫੋਨ ਲਾ ਲਿਆ ਕਰਾਂਗੀ। ਉਹ ਕਹਿੰਦਾ ਠੀਕ ਆ, ਪਰ ਇਸ ਤਰ੍ਹਾਂ ਰਿਸਕ ਹੋ ਸਕਦਾ ਹੈ। ਫਿਰ ਮੈਂ ਉਸਨੂੰ ਕਿਹਾ ਕਿ ਮੈਨੂੰ ਵੀਰੇ ਨੇ ਫੋਨ ਨਹੀਂ ਲੈ ਕੇ ਦੇਣਾ। ਉਹ ਕਹਿੰਦਾ ਚਲੋ ਵੇਖਦੇ ਹਾਂ। ਇਸ ਤਰ੍ਹਾਂ ਸਾਡੀ ਗੱਲਬਾਤ ਸ਼ੁਰੂ ਹੋਈ। ਕਦੇ ਮੈਂ ਆਪਣੇ ਭਰਾ ਦੇ ਫੋਨ ਤੋਂ ਉਸਨੂੰ ਫੋਨ ਕਰ ਲੈਂਦੀ ਤੇ ਕਦੇ-ਕਦੇ ਮੈਂ ਆਪਣੀ ਤਾਈ ਦੇ ਘਰ ਚਲੀ ਜਾਂਦੀ। ਮੇਰੀ ਤਾਈ ਕੋਲ ਇੱਕ ਬਟਨਾਂ ਵਾਲਾ ਫੋਨ ਸੀ। ਮੈਂ ਉਸਦੇ ਫੋਨ ਤੋਂ ਆਪਣੀ ਸਹੇਲੀ ਨਾਲ ਗੱਲ ਕਰਨ ਦੇ ਬਹਾਨੇ ਮੁੰਡੇ ਨੂੰ ਫੋਨ ਕਰ ਲੈਂਦੀ ਸੀ। ਇਸ ਤਰ੍ਹਾਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਅਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਨ ਲੱਗੇ। ਇੱਕ ਦਿਨ ਮੈਂ ਤਾਈ ਦੇ ਫੋਨ ਤੋਂ ਵਿੱਕੀ ਨੂੰ ਫੋਨ ਕਰ ਰਹੀ ਸੀ ਤਾਂ ਮੇਰੀ ਤਾਈ ਨੇ ਸਾਡੀਆਂ ਗੱਲਾਂ ਸੁਣ ਲਈਆਂ। ਜਦੋਂ ਮੈਂ ਫੋਨ ਕੱਟ ਕੇ ਤਾਈ ਨੂੰ ਫੜਾਇਆ ਤਾਂ ਉਸਨੇ ਮੈਨੂੰ ਪੁੱਛਿਆ ਕਿ ਤੂੰ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ। ਪਹਿਲਾਂ ਤਾਂ ਮੈਂ ਡਰ ਕੇ ਕੰਬਣ ਲੱਗ ਗਈ, ਪਰ ਜਦੋਂ ਮੇਰੀ ਤਾਈ ਨੇ ਮੈਨੂੰ ਪਿਆਰ ਨਾਲ ਪੁੱਛਿਆ ਤਾਂ ਮੈਂ ਉਸਨੂੰ ਦੱਸਿਆ ਕਿ ਤਾਈ ਹਾਂ। ਤਾਂ ਤਾਈ ਨੇ ਪੁੱਛਿਆ ਕਿ ਕੌਣ ਆ ਮੁੰਡਾ। ਤਾਂ ਮੈਂ ਉਸਨੂੰ ਦੱਸ ਦਿੱਤਾ ਕਿ ਵਿੱਕੀ ਹੈ। ਉਹ ਮੈਨੂੰ ਬਹੁਤ ਪਸੰਦ ਹੈ। ਅਸੀਂ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ। ਮੇਰੀ ਗੱਲ ਸੁਣ ਕੇ ਤਾਈ ਤਾਂ ਜਿਵੇਂ ਬਹੁਤ ਖੁਸ਼ ਹੋ ਗਈ ਹੋਵੇ। ਉਸਨੇ ਮੈਨੂੰ ਕਿਹਾ ਕਿ ਤੂੰ ਤਾਂ ਮੇਰੇ ਦਿਲ ਦੀ ਮੁਰਾਦ ਪੂਰੀ ਕਰ ਦਿੱਤੀ। ਮੈਂ ਖੁਦ ਚਾਹੁੰਦੀ ਹਾਂ ਕਿ ਤੇਰਾ ਰਿਸ਼ਤਾ ਮੇਰੇ ਭਾਣਜੇ ਨਾਲ ਹੋ ਜਾਵੇ। ਫਿਰ ਤਾਂ ਮੈਨੂੰ ਹੋਰ ਵੀ ਬਹੁਤ ਖੁਸ਼ੀ ਹੋਈ, ਕਿਉਂਕਿ ਅਸੀਂ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਵਿਆਹ ਕਰਵਾਉਣਾ ਚਾਹੁੰਦੇ ਸੀ। ਹੁਣ ਸਾਡੇ ਲਈ ਇਹ ਗੱਲ ਸੌਖੀ ਹੋ ਗਈ ਸੀ, ਕਿਉਂਕਿ ਮੇਰੀ ਤਾਈ ਨੇ ਸਾਡਾ ਰਿਸ਼ਤਾ ਕਰਵਾ ਦੇਣਾ ਸੀ। ਇੱਕ ਦਿਨ ਮੇਰੀ ਤਾਈ ਮੈਨੂੰ ਕਹਿਣ ਲੱਗੀ ਕਿ ਤੂੰ ਤਾਂ ਭਾਵੇਂ ਉਸ ਮੁੰਡੇ ਨੂੰ ਪਸੰਦ ਕਰਦੀ ਹੈ, ਪਰ ਮੈਨੂੰ ਪਤਾ ਹੈ ਕਿ ਤੇਰੀ ਮਾਂ ਉਸ ਰਿਸ਼ਤੇ ਲਈ ਕਦੇ ਵੀ ਹਾਂ ਨਹੀਂ ਕਰੇਗੀ। ਤਾਂ ਮੈਂ ਆਪਣੀ ਤਾਈ ਨੂੰ ਕਿਹਾ ਕਿ ਨਹੀਂ ਤਾਈ, ਮੇਰੀ ਮਾਂ ਦਿਲ ਦੀ ਮਾੜੀ ਨਹੀਂ ਆ। ਠੀਕ ਆ, ਤੁਹਾਡੀ ਆਪਸ ਵਿੱਚ ਘੱਟ ਬਣਦੀ ਆ, ਪਰ ਜੇ ਤੁਸੀਂ ਰਿਸ਼ਤਾ ਕਰਵਾਉਣ ਦੀ ਗੱਲ ਕਰੋਗੇ ਤਾਂ ਮੇਰੀ ਮਾਂ ਮੰਨ ਜਾਵੇਗੀ। ਮੇਰੀ ਤਾਈ ਕਹਿਣ ਲੱਗੀ ਨਹੀਂ ਧੀਏ, ਮੈਨੂੰ ਪਤਾ ਹੈ ਤੇਰੀ ਮਾਂ ਨਹੀਂ ਮੰਨੇਗੀ, ਪਰ ਮੈਂ ਆਪਣੀ ਤਾਈ ਨੂੰ ਜ਼ੋਰ ਪਾਇਆ ਕਿ ਉਹ ਮੇਰੀ ਮਾਂ ਨਾਲ ਗੱਲ ਕਰੇ। ਜਦੋਂ ਮੇਰੀ ਤਾਈ ਨੇ ਮੇਰੀ ਮਾਂ ਨਾਲ ਮੇਰੀ ਤੇ ਵਿੱਕੀ ਦੇ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਮੇਰੀ ਮਾਂ ਮੇਰੀ ਤਾਈ ਦੇ ਗਲ ਹੀ ਪੈ ਗਈ। ਜਦੋਂ ਮੇਰੀ ਤਾਈ ਸਾਡੇ ਘਰੋਂ ਚਲੀ ਗਈ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਖਬਰਦਾਰ ਜੇ ਅੱਜ ਤੋਂ ਬਾਅਦ ਤੂੰ ਉਹਨਾਂ ਦੇ ਘਰ ਗਈ, ਕਿਉਂਕਿ ਮੈਨੂੰ ਪਤਾ ਹੈ ਕਿ ਉਹ ਬਹੁਤ ਮਤਲਬੀ ਔਰਤ ਹੈ। ਉਹ ਤੈਨੂੰ ਇਸੇ ਲਈ ਪਿਆਰ ਕਰਦੀ ਹੈ ਕਿ ਉਹ ਤੇਰਾ ਰਿਸ਼ਤਾ ਆਪਣੇ ਭਾਣਜੇ ਨੂੰ ਕਰਵਾ ਸਕੇ। ਉਸ ਦਾ ਭਾਣਜਾ ਸਿਰੇ ਦਾ ਚਰਿੱਤਰਹੀਣ ਮੁੰਡਾ ਹੈ। ਮੈਂ ਕਦੇ ਨਹੀਂ ਚਾਹੂੰਗੀ ਕਿ ਉਹ ਤੇਰੇ ਰਿਸ਼ਤੇ ਦੀ ਵੀ ਗੱਲ ਕਰੇ। ਪਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ, ਤੂੰ ਉਸ ਮੁੰਡੇ ਬਾਰੇ ਕਿਵੇਂ ਜਾਣਦੀ ਹੈ? ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਉਸ ਮੁੰਡੇ ਦਾ ਨਾਮ ਵੀ ਕਿਵੇਂ ਲਿਆ? ਤੈਨੂੰ ਕੀ ਮਤਲਬ ਹੈ ਕਿਸੇ ਮੁੰਡੇ ਬਾਰੇ, ਜਦੋਂ ਮੈਂ ਤੈਨੂੰ ਇੱਕ ਵਾਰ ਕਹਿ ਦਿੱਤਾ ਕਿ ਮੈਂ ਤੇਰੀ ਤਾਈ ਦੇ ਕਹਿਣ ਤੇ ਕਦੇ ਵੀ ਰਿਸ਼ਤਾ ਨਹੀਂ ਕਰਾਂਗੀ। ਤੇਰੀ ਇਸੇ ਤਾਈ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡਾ ਕਦੇ ਵੀ ਚੰਗਾ ਨਹੀਂ ਸੋਚਿਆ। ਨਾਲੇ ਵਿਆਹ ਦੇ ਰਿਸ਼ਤੇ ਦੀਆਂ ਗੱਲਾਂ ਇੰਨੀਆਂ ਛੋਟੀਆਂ ਨਹੀਂ ਹੁੰਦੀਆਂ, ਪੂਰੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ। ਮੈਨੂੰ ਆਪਣੀ ਮਾਂ ਦੀ ਗੱਲ ਤੇ ਗੁੱਸਾ ਆ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਮੇਰੀ ਮਾਂ ਮੇਰੀ ਬਹੁਤ ਵੱਡੀ ਦੁਸ਼ਮਣ ਹੋਵੇ ਅਤੇ ਮੈਨੂੰ ਆਪਣੀ ਤਾਈ ਦਾ ਬਹੁਤ ਪਿਆਰ ਆ ਰਿਹਾ ਸੀ, ਕਿਉਂਕਿ ਮੇਰੀ ਤਾਈ ਉਸ ਮੁੰਡੇ ਨਾਲ ਮੇਰਾ ਵਿਆਹ ਕਰਵਾਉਣ ਲਈ ਰਾਜੀ ਸੀ। ਪਰ ਮੈਂ ਅੰਦਰੋਂ ਅੰਦਰ ਸੋਚ ਹੀ ਰਹੀ ਸੀ ਕਿ ਮੇਰੀ ਮਾਂ ਤਾਂ ਰਿਸ਼ਤੇ ਲਈ ਹਾਂ ਨਹੀਂ ਕਰ ਰਹੀ, ਫਿਰ ਉਸ ਮੁੰਡੇ ਨਾਲ ਮੇਰਾ ਵਿਆਹ ਕਿਵੇਂ ਹੋਵੇਗਾ? ਇੱਕ ਦਿਨ ਮੈਂ ਆਪਣੀ ਤਾਈ ਦੇ ਘਰ ਗਈ ਅਤੇ ਆਪਣੀ ਤਾਈ ਨੂੰ ਦੱਸਿਆ ਕਿ ਤਾਈ, ਮੇਰੀ ਮਾਂ ਇਸ ਰਿਸ਼ਤੇ ਲਈ ਕਦੇ ਨਹੀਂ ਮੰਨੇਗੀ। ਤਾਂ ਮੇਰੀ ਤਾਈ ਨੇ ਕਿਹਾ ਕਿ ਕੋਈ ਨਾ ਧੀਏ, ਤੂੰ ਫਿਕਰ ਨਾ ਕਰ, ਮੇਰੇ ਕੋਲ ਹੱਲ ਹੈ ਇਸ ਗੱਲ ਦਾ। ਜਦੋਂ ਉਸਨੇ ਇਹ ਗੱਲ ਕਹੀ ਤਾਂ ਮੈਂ ਆਪਣੀ ਤਾਈ ਨੂੰ ਕਿਹਾ ਕਿ ਕੀ ਹੱਲ ਹੈ? ਤਾਂ ਉਸਨੇ ਮੈਨੂੰ ਕਿਹਾ ਕਿ ਵੇਖ ਧੀਏ, ਜੇ ਤੂੰ ਉਸ ਮੁੰਡੇ ਨੂੰ ਸੱਚਮੁੱਚ ਇੰਨਾ ਪਸੰਦ ਕਰਦੀ ਹੈ ਤਾਂ ਤੈਨੂੰ ਫੈਸਲਾ ਲੈਣਾ ਪਵੇਗਾ। ਮੈਨੂੰ ਇਹ ਪਤਾ ਕਿ ਤੇਰੀ ਮਾਂ ਇਸ ਰਿਸ਼ਤੇ ਲਈ ਕਦੇ ਨਹੀਂ ਮੰਨੇਗੀ। ਮੈਂ ਪਹਿਲਾਂ ਵੀ ਤੈਨੂੰ ਇਹ ਗੱਲ ਦੱਸ ਚੁੱਕੀ ਹਾਂ
ਜੇ ਤੂੰ ਮੇਰੇ ਭਾਣਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤੇ ਤੂੰ ਘਰੋਂ ਭੱਜ ਕੇ ਵਿਆਹ ਕਰਵਾ ਲਾ। ਇੱਕ ਵਾਰ ਤੇਰੀ ਮਾਂ ਗੁੱਸਾ ਕਰੇਗੀ, ਬਾਅਦ ਵਿੱਚ ਉਹ ਤੁਹਾਡੇ ਰਿਸ਼ਤੇ ਲਈ ਆਪੇ ਰਾਜੀ ਹੋ ਜਾਵੇਗੀ। ਮੈਂ ਉਸ ਨੂੰ ਆਪੇ ਮਨਾ ਲਵਾਂਗੀ। ਪਰ ਤਾਈ, ਇਹ ਕਿਵੇਂ ਹੋ ਸਕਦਾ? ਮੈਂ ਇਹ ਨਹੀਂ ਕਰ ਸਕਦੀ, ਕਿਉਂਕਿ ਜਦੋਂ ਮੇਰੇ ਪਾਪਾ ਦੀ ਮੌਤ ਹੋਈ ਸੀ ਤਾਂ ਮੈਂ ਬਹੁਤ ਛੋਟੀ ਸੀ ਅਤੇ ਮੇਰੀ ਮਾਂ ਨੇ ਸਾਨੂੰ ਬਹੁਤ ਔਖੇ ਹੋ ਕੇ ਪਾਲਿਆ ਹੈ। ਮੇਰੀ ਇਸ ਹਰਕਤ ਨਾਲ ਮੇਰੀ ਮਾਂ ਤਾਂ ਬਿਲਕੁਲ ਟੁੱਟ ਜਾਵੇਗੀ। ਤਾਂ ਮੇਰੀ ਤਾਈ ਨੇ ਕਿਹਾ ਕਿ ਨਹੀਂ ਧੀਏ, ਇਹੋ ਜਿਹੀ ਕੋਈ ਗੱਲ ਨਹੀਂ ਆ। ਤੇਰੀ ਮਾਂ ਇੱਕ ਵਾਰ ਗੁੱਸਾ ਜ਼ਰੂਰ ਕਰੇਗੀ, ਪਰ ਉਹ ਤੈਨੂੰ ਜਲਦੀ ਹੀ ਅਪਣਾ ਲਵੇਗੀ। ਹੁਣ ਫੈਸਲਾ ਤੂੰ ਕਰਨਾ ਹੈ ਕਿ ਤੂੰ ਆਪਣੀ ਮਾਂ ਦੀ ਗੱਲ ਮੰਨਣੀ ਹੈ ਜਾਂ ਤੂੰ ਆਪਣਾ ਪਿਆਰ ਸਿਰੇ ਚੜਾਉਣਾ ਹੈ। ਮੈਂ ਆਪਣੀ ਤਾਈ ਦੀਆਂ ਗੱਲਾਂ ਵਿੱਚ ਆ ਗਈ ਅਤੇ ਪੂਰੀ ਰਾਤ ਆਪਣੀ ਤਾਈ ਦੀ ਕਹੀ ਗੱਲ ਬਾਰੇ ਸੋਚਦੀ ਰਹੀ। ਫਿਰ ਮੈਂ ਇਹ ਵੀ ਸੋਚਦੀ ਰਹੀ ਕਿ ਮਾਂ ਤਾਂ ਸੱਚਮੁੱਚ ਮੰਨ ਜਾਵੇਗੀ, ਪਰ ਜੇ ਮੈਂ ਉਸ ਮੁੰਡੇ ਨਾਲ ਵਿਆਹ ਨਾ ਕਰਵਾਇਆ ਤਾਂ ਉਸ ਬਿਨਾਂ ਮੇਰਾ ਇੱਕ ਪਲ ਵੀ ਰਹਿਣਾ ਔਖਾ ਹੈ। ਮੇਰੀ ਤਾਈ ਇਸ ਕੰਮ ਵਿੱਚ ਮੇਰਾ ਪੂਰਾ ਸਾਥ ਦੇ ਰਹੀ ਸੀ। ਮੇਰੀ ਤਾਈ ਦਾ ਭਾਣਜਾ ਇੱਕ ਦਿਨ ਉਹਨਾਂ ਦੇ ਘਰ ਆਇਆ ਅਤੇ ਉਹ ਮੇਰੀ ਤਾਈ ਨੂੰ ਮੋਬਾਈਲ ਲੈ ਕੇ ਦੇ ਗਿਆ। ਮੇਰੀ ਤਾਈ ਨੇ ਉਹ ਫੋਨ ਮੈਨੂੰ ਦੇ ਦਿੱਤਾ। ਜਦੋਂ ਉਸ ਮੁੰਡੇ ਦਾ ਫੋਨ ਆਇਆ ਤਾਂ ਉਸਨੇ ਮੈਨੂੰ ਕਿਹਾ ਕਿ ਵਿਆਹ ਬਾਰੇ ਕੀ ਸੋਚਿਆ ਹੈ। ਮੈਂ ਉਸਨੂੰ ਕਿਹਾ ਕਿ ਮੈਨੂੰ ਸੋਚਣ ਲਈ ਥੋੜ੍ਹਾ ਸਮਾਂ ਚਾਹੀਦਾ ਹੈ, ਕਿਉਂਕਿ ਮੇਰੀ ਮਾਂ ਇਸ ਰਿਸ਼ਤੇ ਲਈ ਹਾਂ ਨਹੀਂ ਕਰ ਰਹੀ। ਤਾਂ ਉਸਨੇ ਕਿਹਾ ਕਿ ਆਪਾਂ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਾਂ, ਹੌਲੀ ਹੌਲੀ ਤੇਰੀ ਮੰਮੀ ਆਪੇ ਮੰਨ ਜਾਵੇਗੀ। ਮੈਂ ਉਸਨੂੰ ਕਿਹਾ ਕਿ ਇਹ ਕੰਮ ਇੰਨਾ ਸੌਖਾ ਨਹੀਂ ਆ। ਤਾਂ ਉਸਨੇ ਮੈਨੂੰ ਕਿਹਾ ਕਿ ਤੇਰੇ ਕੋਲ ਸੋਚਣ ਲਈ 2 ਦਿਨ ਦਾ ਸਮਾਂ ਹੈ। ਜੇ ਤੂੰ ਵਾਕਿਆ ਹੀ ਮੈਨੂੰ ਪਿਆਰ ਕਰਦੀ ਹੈ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪਵੇਗਾ। ਤੇਰੀ ਮਾਂ ਇੱਕ ਵਾਰ ਜ਼ਰੂਰ ਗੁੱਸੇ ਹੋਵੇਗੀ, ਪਰ ਮਾਵਾਂ ਧੀਆਂ ਤੋਂ ਦੂਰ ਨਹੀਂ ਰਹਿ ਸਕਦੀਆਂ, ਇਸ ਲਈ ਉਹ ਹੌਲੀ ਹੌਲੀ ਆਪਣੇ ਰਿਸ਼ਤੇ ਲਈ ਰਾਜੀ ਹੋ ਜਾਵੇਗੀ। ਮੈਂ ਉਸ ਮੁੰਡੇ ਦੀਆਂ ਗੱਲਾਂ ਵਿੱਚ ਆ ਗਈ ਅਤੇ ਆਪਣੀ ਤਾਈ ਨੂੰ ਕਹਿ ਦਿੱਤਾ ਕਿ ਤਾਈ, ਮੈਂ ਤੇਰੇ ਭਾਣਜੇ ਨਾਲ ਵਿਆਹ ਕਰਵਾਉਣ ਲਈ ਰਾਜੀ ਹਾਂ, ਪਰ ਤੈਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪਵੇਗਾ ਕਿ ਸਾਡੇ ਘਰੋਂ ਜਾਣ ਤੋਂ ਬਾਅਦ ਤੂੰ ਮੇਰੀ ਮਾਂ ਨੂੰ ਸੰਭਾਲ ਲਵੇਂਗੀ ਅਤੇ ਸਾਡੇ ਰਿਸ਼ਤੇ ਲਈ ਮਨਾ ਲਵੇਂਗੀ। ਮੇਰੀ ਤਾਈ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਮੇਰੀ ਮਾਂ ਨੂੰ ਜ਼ਰੂਰ ਮਨਾ ਲਵੇਗੀ। ਮੈਨੂੰ ਇਹ ਲੱਗ ਰਿਹਾ ਸੀ ਕਿ ਜਦੋਂ ਮੇਰੀ ਤਾਈ ਮੇਰੇ ਨਾਲ ਹੈ ਤਾਂ ਇਹਦੇ ਵਿੱਚ ਗਲਤ ਵੀ ਕੀ ਹੈ। ਅੱਜ ਨਹੀਂ ਤਾਂ ਕੱਲ੍ਹ ਮੈਂ ਵਿਆਹ ਤਾਂ ਕਰਵਾਉਣਾ ਹੀ ਸੀ। ਮੈਂ ਉਹਨਾਂ ਦੋਨਾਂ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਮੁੰਡੇ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹਾਂ। ਉਸਨੇ ਮੈਨੂੰ ਕਿਹਾ ਕਿ ਘਰ ਦੇ ਵਿੱਚ ਜੋ ਵੀ ਸੋਨਾ ਜਾਂ ਪੈਸੇ ਨੇ ਉਹ ਤੂੰ ਆਪਣੇ ਕੱਪੜਿਆਂ ਦੇ ਨਾਲ ਬੈਗ ਵਿੱਚ ਪਾ ਲਵੀਂ। ਮੈਂ ਰਾਤ ਨੂੰ 1 ਵਜੇ ਆਵਾਂਗਾ ਅਤੇ ਆਪਾਂ ਪਿੰਡੋਂ ਭੱਜ ਜਾਵਾਂਗੇ। ਸਵੇਰ ਹੋਣ ਤੱਕ ਅਸੀਂ ਕਾਫੀ ਦੂਰ ਪਹੁੰਚ ਜਾਵਾਂਗੇ। ਘਰ ਦੇ ਵਿੱਚ ਜੋ ਸਾਡੇ ਪੈਸੇ ਅਤੇ ਸੋਨਾ ਕਿੱਥੇ ਪਿਆ ਹੁੰਦਾ ਸੀ ਇਹ ਮੈਨੂੰ ਪਤਾ ਸੀ। ਮੈਂ ਆਪਣੇ 3-4 ਸੂਟ ਬੈਗ ਵਿੱਚ ਪਾਏ ਅਤੇ ਸੋਨਾ ਤੇ ਪੈਸੇ ਵੀ ਪਾ ਲਏ। ਸੋਨਾ ਅਤੇ ਪੈਸੇ ਚੁੱਕਦੀ ਨੇ ਮੈਂ ਸੋਚਿਆ ਕਿ ਮੈਂ ਆਪਣੀ ਮਾਂ ਦੀ ਸਾਰੀ ਉਮਰ ਦੀ ਕਮਾਈ ਕਿਵੇਂ ਲਿਜਾ ਸਕਦੀ ਹਾਂ। ਪਰ ਮੈਨੂੰ ਵਿੱਕੀ ਦੀ ਗੱਲ ਯਾਦ ਆਈ। ਉਸਨੇ ਕਿਹਾ ਸੀ ਕਿ ਮੇਰੇ ਕੋਲ ਤੈਨੂੰ ਰੱਖਣ ਲਈ ਪੈਸੇ ਵੀ ਹੈਗੇ ਨੇ ਤੇ ਮੈਂ ਕੋਈ ਨੌਕਰੀ ਵੀ ਕਰ ਲਵਾਂਗਾ। ਜਿਹੜਾ ਸੋਨਾ ਤੇ ਪੈਸੇ ਤੂੰ ਲੈ ਕੇ ਆਵੇਂਗੀ, ਮੈਂ ਉਹਨਾਂ ਵਿੱਚੋਂ 1 ਰੁਪਇਆ ਵੀ ਖਰਚ ਨਹੀਂ ਕਰਾਂਗਾ। ਪਰ ਜੇ ਤੂੰ ਘਰੋਂ ਸੋਨਾ ਤੇ ਪੈਸੇ ਲੈ ਕੇ ਆਵੇਂਗੀ ਤਾਂ ਤੇਰੀ ਮਾਂ ਜਲਦੀ ਆਪਾਂ ਨੂੰ ਅਪਣਾ ਲਵੇਗੀ। ਫਿਰ ਮੈਂ ਉਹ ਸੋਨਾ ਤੇ ਪੈਸੇ ਬੈਗ ਵਿੱਚ ਪਾ ਲਏ ਤੇ ਰਾਤ ਨੂੰ 1 ਵਜੇ ਉਸਨੇ ਫੋਨ ਕੀਤਾ। ਮੈਂ ਪਹਿਲੀ ਬੈਲ ਤੇ ਹੀ ਫੋਨ ਚੁੱਕ ਲਿਆ। ਮੈਂ ਆਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਗਲੀ ਵਿੱਚ ਆਈ ਅਤੇ ਉਸ ਮੁੰਡੇ ਨਾਲ ਪਿੰਡੋਂ ਬਾਹਰ ਨਿਕਲ ਗਈ। ਪਿੰਡੋਂ ਬਾਹਰ ਨਿਕਲ ਕੇ ਅਸੀਂ ਇੱਕ ਕਾਰ ਦੇ ਵਿੱਚ ਬੈਠੇ ਅਤੇ ਚੰਡੀਗੜ੍ਹ ਨੂੰ ਚੱਲ ਪਏ। ਸਵੇਰ ਹੋਣ ਤੱਕ ਅਸੀਂ ਚੰਡੀਗੜ੍ਹ ਪਹੁੰਚ ਗਏ। ਚੰਡੀਗੜ੍ਹ ਪਹੁੰਚ ਕੇ ਸਭ ਤੋਂ ਪਹਿਲਾਂ ਅਸੀਂ ਦੋਵਾਂ ਨੇ ਕੋਰਟ ਮੈਰਿਜ ਕਰਵਾਈ ਅਤੇ ਗੁਰੂ ਘਰ ਵਿੱਚ ਆਨੰਦ ਕਾਰਜ ਵੀ ਕਰਵਾ ਲਏ। ਸਵੇਰੇ ਜਦੋਂ ਮੇਰੀ ਮੰਮੀ ਦੀ ਅੱਖ ਖੁੱਲ੍ਹੀ ਤਾਂ ਉਸਨੇ ਵੇਖਿਆ ਕਿ ਮੈਂ ਘਰ ਨਹੀਂ ਆ। ਉਸਨੇ ਆਸੇ-ਪਾਸੇ ਵੇਖਿਆ ਅਤੇ ਮੈਨੂੰ ਲੱਭਣ ਲੱਗੀ। ਮੇਰੇ ਕੋਲ ਤਾਂ ਕੋਈ ਮੋਬਾਈਲ ਵੀ ਨਹੀਂ ਸੀ, ਕਿਉਂਕਿ ਜਿਹੜਾ ਮੇਰੇ ਕੋਲ ਫੋਨ ਸੀ ਉਹ ਤਾਂ ਮੈਂ ਮੇਰੀ ਮੰਮੀ ਅਤੇ ਭਰਾ ਤੋਂ ਚੋਰੀਓਂ ਰੱਖਿਆ ਹੋਇਆ ਸੀ। ਮੇਰੀ ਮਾਂ ਨੂੰ ਚਿੰਤਾ ਹੋਣ ਲੱਗੀ ਤਾਂ ਉਹ ਮੇਰੀ ਤਾਈ ਦੇ ਘਰ ਗਈ। ਨਾ ਚਾਹੁੰਦੇ ਹੋਏ ਵੀ ਉਸਨੇ ਮੇਰੀ ਤਾਈ ਕੋਲ ਗੱਲ ਕੀਤੀ ਤਾਂ ਮੇਰੀ ਤਾਈ ਕਹਿਣ ਲੱਗੀ ਕਿ ਮੈਨੂੰ ਤਾਂ ਨਹੀਂ ਪਤਾ, ਉਦੋਂ ਤੈਨੂੰ ਖਿਆਲ ਨਹੀਂ ਆਇਆ ਮੁਟਿਆਰ ਧੀ ਦਾ ਧਿਆਨ ਤੂੰ ਰੱਖਣਾ ਸੀ। ਮੇਰੀ ਮਾਂ ਮੇਰੀ ਤਾਈ ਨੂੰ ਕਹਿਣ ਲੱਗੀ ਕਿ ਮੇਰੀ ਧੀ ਮੇਰੇ ਨਾਲੋਂ ਵੱਧ ਤੇਰਾ ਕਰਦੀ ਸੀ, ਤੁਹਾਡੇ ਘਰ ਵਿੱਚ ਹੀ ਜ਼ਿਆਦਾ ਰਹਿੰਦੀ ਸੀ। ਤਾਂ ਮੇਰੀ ਤਾਈ ਨੇ ਮੇਰੀ ਮਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਮੇਰੀ ਤਾਈ ਨੂੰ ਜਿਵੇਂ ਮੇਰੀ ਮਾਂ ਨੂੰ ਤਾਨੇ ਮਿਹਣੇ ਦੇਣ ਦਾ ਮੌਕਾ ਮਿਲ ਗਿਆ ਹੋਵੇ। ਇੱਧਰ ਅਸੀਂ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਵਿੱਕੀ ਮੈਨੂੰ ਲੈ ਕੇ ਆਪਣੇ ਘਰ ਆ ਗਿਆ। ਜਦੋਂ ਮੈਂ ਸਹੁਰੇ ਘਰ ਪਹੁੰਚੀ ਤਾਂ ਮੇਰੀ ਸੱਸ ਨੇ ਸਾਡੇ ਉੱਤੋਂ ਦੀ ਪਾਣੀ ਨਹੀਂ ਵਾਰਿਆ। ਮੇਰੀ ਜਠਾਣੀ ਵੀ ਦੇਖ ਕੇ ਨੱਕ ਬੁੱਲ ਕੱਢਦੀ ਸੀ। ਨਣਦ ਨੇ ਵੀ ਚੰਗੀ ਤਰ੍ਹਾਂ ਨਹੀਂ ਬੁਲਾਇਆ। ਮੇਰਾ ਪਤੀ ਵਿੱਕੀ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ। ਕਿਸੇ ਨੇ ਪਾਣੀ ਦਾ ਗਲਾਸ ਤੱਕ ਵੀ ਨਾ ਦਿੱਤਾ। ਮੈਂ ਕਿੰਨਾ ਹੀ ਚਿਰ
ਕਮਰੇ ਵਿੱਚ ਬੈਠੀ ਉਡੀਕਦੀ ਰਹੀ ਕਿ ਕੋਈ ਨਾ ਕੋਈ ਤਾਂ ਕਮਰੇ ਦੇ ਵਿੱਚ ਜ਼ਰੂਰ ਆਵੇਗਾ, ਪਰ ਕੋਈ ਵੀ ਨਹੀਂ ਆਇਆ। ਕਿਸੇ ਨੇ ਕੋਈ ਵੀ ਸ਼ਗਨ ਵਿਹਾਰ ਨਾ ਕੀਤਾ। ਮੈਂ ਬਹੁਤ ਉਦਾਸ ਹੋ ਗਈ ਸੀ, ਪਰ ਵਿੱਕੀ ਕਹਿਣ ਲੱਗਾ ਕਿ ਕੋਈ ਗੱਲ ਨਹੀਂ, 2-4 ਦਿਨਾਂ ਦੀ ਗੱਲ ਆ, ਆਪੇ ਸੈੱਟ ਹੋ ਜਾਵੇਗਾ ਸਾਰਾ ਕੁਝ। ਹਾਲੇ ਮੇਰੇ ਘਰ ਦੇ ਮੇਰੇ ਨਾਲ ਨਾਰਾਜ਼ ਨੇ, ਪਰ ਉਹ ਤੇਰੇ ਨਾਲ ਨਾਰਾਜ਼ ਨਹੀਂ, ਤੇ ਤੂੰ ਹੌਲੀ-ਹੌਲੀ ਸਾਰੇ ਘਰਦਿਆਂ ਨਾਲ ਘੁਲ ਮਿਲ ਜਾਵੇਂਗੀ। ਮੈਨੂੰ ਵੀ ਲੱਗਾ ਕਿ ਹੌਲੀ-ਹੌਲੀ ਮੈਂ ਸਭ ਨੂੰ ਮਨਾ ਲਵਾਂਗੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਮੈਂ ਆਪਣੀ ਤਾਈ ਨੂੰ ਫੋਨ ਕਰਦੀ ਤੇ ਕਹਿੰਦੀ ਕਿ ਮੇਰੀ ਮਾਂ ਮੰਨ ਗਈ ਹੈ ਜਾਂ ਮੇਰੀ ਮਾਂ ਦੀ ਕੀ ਹਾਲਤ ਹੈ, ਤਾਂ ਮੇਰੀ ਤਾਈ ਨੇ ਵੀ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਮੈਂ ਵਾਰ-ਵਾਰ ਤਾਈ ਨੂੰ ਫੋਨ ਕਰਕੇ ਕਹਿੰਦੀ ਕਿ ਉਦੋਂ ਤਾਂ ਤੂੰ ਕਹਿੰਦੀ ਸੀ ਕਿ ਮੈਂ ਤੇਰੀ ਮਾਂ ਨੂੰ ਮਨਾ ਲਵਾਂਗੀ, ਤਾਂ ਮੇਰੀ ਤਾਈ ਮੇਰੇ ਹੀ ਗਲ ਪੈ ਗਈ ਕਿ ਤੇਰੀ ਮਾਂ ਨੇ ਉਲਟਾ ਮੈਨੂੰ ਹੀ ਤਾਨੇ ਮਿਹਣੇ ਦਿੱਤੇ ਨੇ ਕਿ ਤੂੰ ਆਪਣੀ ਮਰਜ਼ੀ ਨਾਲ ਮੇਰੇ ਭਾਣਜੇ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਮੈਨੂੰ ਦੋਸ਼ ਦਿੰਦੀ ਹੈ। ਮੈਂ ਸਾਰੀ ਉਮਰ ਉਸਦੇ ਤਾਨੇ ਮਿਹਣੇ ਨਹੀਂ ਸੁਣ ਸਕਦੀ। ਇਹ ਕਹਿ ਕੇ ਮੇਰੀ ਤਾਈ ਨੇ ਫੋਨ ਕੱਟ ਦਿੱਤਾ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਤਾਈ ਨੇ ਵੀ ਮੇਰਾ ਸਾਥ ਨਹੀਂ ਦੇਣਾ। ਮੈਂ ਵੇਲੇ ਨੂੰ ਬਹੁਤ ਪਛਤਾ ਰਹੀ ਸੀ ਕਿ ਮੈਂ ਆਪਣੀ ਮਾਂ ਦੀ ਗੱਲ ਕਿਉਂ ਨਹੀਂ ਮੰਨੀ। ਸਵੇਰੇ ਉੱਠ ਕੇ ਮੈਂ ਨਹਾ ਧੋ ਕੇ ਜਦੋਂ ਕਮਰੇ ਚੋਂ ਬਾਹਰ ਨਿਕਲੀ ਤਾਂ ਰਸੋਈ ਵਿੱਚ ਪੈਰ ਰੱਖਣ ਹੀ ਲੱਗੀ ਸੀ, ਤਾਂ ਮੇਰੀ ਸੱਸ ਕਹਿਣ ਲੱਗੀ ਕਿ ਤੈਨੂੰ ਕੋਈ ਲੋੜ ਨਹੀਂ ਰਸੋਈ ਵਿੱਚ ਪੈਰ ਰੱਖਣ ਦੀ, ਅਸੀਂ ਆਪਣੇ ਘਰ ਦਾ ਕੰਮ ਆਪੇ ਕਰ ਲਵਾਂਗੇ। ਮੈਂ ਆਪਣੇ ਕਮਰੇ ਵਿੱਚ ਗਈ ਤੇ ਆਪਣਾ ਥੋੜ੍ਹਾ ਬਹੁਤਾ ਮੇਕਅਪ ਕਰਨ ਲੱਗੀ। ਮੈਨੂੰ ਮੇਕਅਪ ਕਰਦੀ ਨੂੰ ਵੇਖ ਕੇ ਮੇਰੀ ਨਣਦ ਮੇਰੇ ਕੋਲ ਆ ਗਈ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਭਾਬੀ, ਤੁਹਾਡਾ ਮੇਕਅਪ ਮੈਂ ਕਰਾਂ। ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਜਲਦੀ-ਜਲਦੀ ਉਸ ਨੂੰ ਹਾਂ ਕਹੀ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਸ ਘਰ ਵਿੱਚ ਕੋਈ ਤਾਂ ਹੈ ਜੋ ਮੇਰੇ ਨਾਲ ਗੱਲ ਕਰ ਰਿਹਾ ਹੈ, ਕਿਉਂਕਿ ਮੇਰਾ ਤਾਂ ਸਾਹ ਬੰਦ ਹੋ ਰਿਹਾ ਸੀ, ਜਦੋਂ ਕਿ ਮੇਰੇ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਸੀ। ਮੇਰੀ ਨਨਾਣ ਹਾਲੇ ਮੇਰੇ ਕੋਲ ਆ ਕੇ ਖੜੀ ਹੀ ਸੀ ਕਿ ਇੰਨੇ ਨੂੰ ਮੇਰਾ ਸਹੁਰਾ ਕਮਰੇ ਦੇ ਗੇਟ ਵਿੱਚ ਆਇਆ ਤੇ ਮੇਰੀ ਨਣਦ ਨੂੰ ਘੂਰ ਕੇ ਕਹਿਣ ਲੱਗਾ, ਕੁੜੀਏ ਚੁੱਪਚਾਪ ਕਮਰੇ ਤੋਂ ਬਾਹਰ ਆ ਜਾ, ਇਹ ਜਿਹੋ ਜਿਹਾ ਕਾਰਾ ਕਰਕੇ ਆਈ ਆ, ਤੈਨੂੰ ਵੀ ਉਹੋ ਜਿਹੀ ਮੱਤ ਦੇਵੇਗੀ। ਅੱਗੇ ਤੋਂ ਮੈਂ ਕਦੇ ਵੀ ਤੈਨੂੰ ਇਹਦੇ ਕੋਲ ਖੜੀ ਨੂੰ ਨਾ ਵੇਖਾਂ। ਮੇਰੀ ਨਣਦ ਫਟਾਫਟ ਮੇਰੇ ਕਮਰੇ ਚੋਂ ਬਾਹਰ ਚਲੀ ਗਈ ਅਤੇ ਫਿਰ ਉਸਨੇ ਕਦੇ ਵੀ ਮੇਰੇ ਨਾਲ ਕੋਈ ਗੱਲ ਨਾ ਕੀਤੀ। ਮੈਂ ਆਪਣੇ ਸਹੁਰੇ ਤੋਂ ਚੋਰੀਓਂ ਆਨੇ ਬਹਾਨੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਇੱਕੋ ਗੱਲ ਕਹਿੰਦੀ ਕਿ ਭਾਬੀ ਮੈਨੂੰ ਬਖਸ਼ ਦੇ। ਅਗਲੇ ਦਿਨ ਮੈਨੂੰ ਵਿੱਕੀ ਕਹਿਣ ਲੱਗੇ ਕਿ ਮੇਰੇ ਲਈ 1 ਕੱਪ ਚਾਹ ਦਾ ਬਣਾ ਕੇ ਲਿਆਈ, ਮੇਰਾ ਸਿਰ ਬਹੁਤ ਦੁਖ ਰਿਹਾ ਹੈ। ਜਦੋਂ ਮੈਂ ਰਸੋਈ ਵਿੱਚ ਜਾ ਕੇ ਗੈਸ 'ਤੇ ਚਾਹ ਵਾਲਾ ਪੈਨ ਰੱਖਿਆ ਹੀ ਸੀ ਤਾਂ ਮੇਰੀ ਜੇਠਾਣੀ ਨੇ ਆ ਕੇ ਮੇਰੇ ਹੱਥ 'ਚੋਂ ਚਾਹ ਵਾਲਾ ਪੈਨ ਖੋਹ ਲਿਆ ਅਤੇ ਕਹਿਣ ਲੱਗੀ ਕਿ ਮੇਰਾ ਹੈ, ਮੈਂ ਆਪਣੇ ਪੇਕਿਆਂ ਤੋਂ ਲੈ ਕੇ ਆਈ ਸੀ। ਜੇਕਰ ਤੈਨੂੰ ਚੀਜ਼ਾਂ ਵਰਤਣ ਦਾ ਇੰਨਾ ਹੀ ਸ਼ੌਂਕ ਸੀ ਤਾਂ ਆਪਣੀਆਂ ਚੀਜ਼ਾਂ ਆਪਣੇ ਪੇਕਿਆਂ ਤੋਂ ਲੈ ਕੇ ਆਉਂਦੀ। ਅਤੇ ਫਿਰ ਕਹਿਣ ਲੱਗੀ ਕਿ ਉਹ ਸੱਚ, ਮੈਂ ਤਾਂ ਭੁੱਲ ਹੀ ਗਈ ਸੀ ਕਿ ਤੂੰ ਆਪਣੇ ਪੇਕਿਆਂ ਤੋਂ ਆਈ ਨਹੀਂ, ਤੂੰ ਤਾਂ ਨਿਕਲ ਕੇ ਆਈ ਹੈ। ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ, ਪਰ ਮੈਂ ਆਪਣਾ ਗੁੱਸਾ ਪਾਣੀ ਵਾਂਗ ਪੀ ਗਈ, ਕਿਉਂਕਿ ਮੈਂ ਸੱਚਮੁੱਚ ਹੀ ਨਿਕਲ ਕੇ ਜੋ ਆਈ ਸੀ। ਮੇਰੀ ਸੱਸ ਤਾਂ ਮੈਨੂੰ ਮੱਥੇ ਵੀ ਨਹੀਂ ਸੀ ਲਾਉਂਦੀ। ਜੇਕਰ ਕਿਤੇ ਮੈਂ ਉਹਦੇ ਸਾਹਮਣੇ ਵੀ ਚਲੀ ਜਾਂਦੀ ਤਾਂ ਉਹ ਚੁੰਨੀ ਨੀਵੀਂ ਕਰਕੇ ਅੱਖਾਂ 'ਤੇ ਲੈ ਲੈਂਦੀ ਸੀ, ਕਿਉਂਕਿ ਉਹ ਮੇਰਾ ਪਰਛਾਵਾਂ ਵੀ ਨਹੀਂ ਲੈਣਾ ਚਾਹੁੰਦੀ ਸੀ। ਮੇਰਾ ਸਹੁਰਾ ਮੇਰੀ ਸੱਸ ਨਾਲ ਗੱਲਾਂ ਕਰ ਰਿਹਾ ਸੀ ਕਿ ਆਪਾਂ ਕੁੜੀ ਵਾਸਤੇ ਕੋਈ ਚੰਗੀ ਥਾਂ ਵੇਖ ਕੇ ਕੁੜੀ ਦਾ ਵਿਆਹ ਕਰ ਦਈਏ, ਕਿਉਂਕਿ ਜਿਸ ਦਿਨ ਦੀ ਇਹ ਕਲਸ਼ਣੀ ਘਰ ਦੇ ਵਿੱਚ ਆਈ ਆ, ਮੈਨੂੰ ਤੁਹਾਡਾ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਆਪਣੀ ਕੁੜੀ ਨੂੰ ਪੁੱਠੀ ਮੱਤ ਹੀ ਨਾ ਦੇ ਦੇਵੇ। ਮੇਰੀ ਸੱਸ ਕਹਿਣ ਲੱਗੀ, ਹਾਂ, ਸੋਚਦੀ ਤਾਂ ਮੈਂ ਵੀ ਇਹੀ ਹਾਂ। ਕੁਝ ਦਿਨਾਂ ਦੇ ਵਿੱਚ ਇੱਕ ਘਰ ਵੇਖ ਕੇ ਉਹਨਾਂ ਨੇ ਮੇਰੀ ਨਨਾਣ ਦਾ ਵਿਆਹ ਬੰਨ੍ਹ ਦਿੱਤਾ। ਮੇਰੀ ਨਨਾਣ ਦੇ ਵਿਆਹ ਦਾ ਸਾਰਾ ਸਮਾਨ ਮੇਰੀ ਜਠਾਣੀ ਤੇ ਜੇਠ ਨੇ ਖਰੀਦਿਆ। ਉਹ ਮੈਨੂੰ ਕਿਤੇ ਵੀ ਨਾਲ ਨਹੀਂ ਲੈ ਕੇ ਗਏ ਅਤੇ ਨਾ ਹੀ ਮੇਰੇ ਘਰ ਵਾਲੇ ਵਿੱਕੀ ਨੂੰ। ਤੇ ਵਿਆਹ ਵਾਲੇ ਦਿਨ ਵੀ ਕਹਿਣ ਲੱਗੇ ਕਿ ਚੁੱਪਚਾਪ ਨਾਲ ਤਾਂ ਚੱਲ ਪਓ, ਪਰ ਜੇਕਰ ਤੁਸੀਂ ਨਾਲ ਨਹੀਂ ਗਏ ਤਾਂ ਸਾਡਾ ਨੱਕ ਵੱਢਿਆ ਜਾਵੇਗਾ। ਪਰ ਇਹ ਗੱਲ ਯਾਦ ਰੱਖਿਓ, ਜੇ ਕਿਸੇ ਕਾਰ ਵਿਹਾਰ ਦੇ ਵਿੱਚ ਮੂਹਰੇ ਆਏ ਤਾਂ ਅਸੀਂ ਘਰੇ ਨਹੀਂ ਵੜਨ ਦੇਣਾ। ਮੈਂ ਹਾਂ ਵਿੱਚ ਸਿਰ ਹਿਲਾ ਕੇ ਉਹਨਾਂ ਦੇ ਨਾਲ ਤੁਰ ਪਈ ਅਤੇ ਵਿੱਕੀ ਵੀ। ਵਿਆਹ ਵਿੱਚ ਮੇਰੇ ਸਹੁਰਿਆਂ ਦੇ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਤੇ ਉਹ ਵਾਰ-ਵਾਰ ਮੇਰੀ ਸੱਸ ਨੂੰ ਇਹੀ ਪੁੱਛ ਰਹੇ ਸੀ ਕਿ ਭੈਣੇ, ਮੁੰਡਾ ਕਦੋਂ ਵਿਆਹ ਲਿਆ? ਤੂੰ ਤਾਂ ਕੱਛ ਵਿੱਚੋਂ ਮੂਗਲਾ ਕੱਢ ਮਾਰਿਆ, ਤੂੰ ਤਾਂ ਦੱਸਿਆ ਹੀ ਨਹੀਂ। ਪਹਿਲਾਂ ਤਾਂ ਮੁੰਡੇ ਦਾ ਵਿਆਹ ਬੜਾ ਗੱਜ ਵੱਜ ਕੇ ਕੀਤਾ ਸੀ ਤੇ ਛੋਟੇ ਵਾਰੀ ਕੀ ਹੋ ਗਿਆ ਕਿ ਸਾਡੇ ਵਾਰੀ ਲੱਡੂ ਮੁੱਕਦੇ ਸੀ। ਜੇਕਰ ਸਾਨੂੰ ਸੱਦ ਲੈਂਦੀ, ਪਰ ਉੱਥੇ ਹੀ ਸਾਡੇ ਪਿੰਡ ਦੀ ਇੱਕ ਗਵਾਂਢਣ ਔਰਤ ਨੇ ਕਿਹਾ ਕਿ ਭੈਣੇ, ਤੁਹਾਨੂੰ ਕਿਵੇਂ ਸਾਦੀ? ਭੈਣ ਨੂੰ ਤਾਂ ਆਪ ਨਹੀਂ ਪਤਾ ਸੀ ਕਿ ਮੇਰੇ ਮੁੰਡੇ ਦਾ ਵਿਆਹ ਹੋ ਗਿਆ। ਸਾਰੇ ਰਿਸ਼ਤੇਦਾਰ ਹੱਕੇ ਬੱਕੇ ਜਿਹੇ ਹੋ ਗਏ ਤੇ ਪੁੱਛਣ ਲੱਗੇ
ਕਿਉਂ? ਭੈਣ ਨੂੰ ਵੀ ਨਹੀਂ ਪਤਾ ਸੀ? ਤੇ ਫਿਰ ਵਿਆਹ ਕਿਵੇਂ ਹੋ ਗਿਆ? ਤਾਂ ਗਵਾਂਢਣ ਬੋਲੀ ਕਿ ਭੈਣੇ, ਮੁੰਡਾ ਤਾਂ ਰਾਤ ਨੂੰ ਕੁੜੀ ਲੈ ਆਇਆ ਸੀ ਕਿਸੇ ਦੀ, ਇਹ ਕਿਹੜਾ ਵਿਆਹ ਕੇ ਲਿਆਂਦੀ ਆ? ਸਾਰੇ ਰਿਸ਼ਤੇਦਾਰ ਮੇਰੇ ਵੱਲ ਏਦਾਂ ਵੇਖ ਰਹੇ ਸੀ ਜਿਵੇਂ ਉਹਨਾਂ ਨੇ ਮੈਨੂੰ ਖਾ ਜਾਣਾ ਹੋਵੇ, ਤੇ ਮੈਂ ਉੱਥੋਂ ਖੜੀ ਨੂੰ ਮੈਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਧਰਤੀ ਦੇ ਵਿੱਚ ਹੀ ਧੱਸ ਜਾਵਾਂ। ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਮੈਨੂੰ ਮੌਤ ਹੀ ਆ ਜਾਵੇ ਅਤੇ ਮੇਰੀ ਇਹ ਜ਼ਿੰਦਗੀ ਖਤਮ ਹੋ ਜਾਵੇ, ਪਰ ਮੈਨੂੰ ਮੌਤ ਵੀ ਨਹੀਂ ਆਈ। ਫਿਰ ਮੈਨੂੰ ਆਪਣੀ ਮਾਂ ਤੇ ਭਰਾ ਯਾਦ ਆਏ, ਜਿਨ੍ਹਾਂ ਨੂੰ ਮੈਂ ਕਿਸ ਤਰ੍ਹਾਂ ਰੋਂਦੇ ਕੁਰਲਾਉਂਦੇ ਛੱਡ ਕੇ ਆਈ ਸੀ। ਜਦੋਂ ਉਹਨਾਂ ਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਹੋਵੇਗਾ ਕਿ ਸਾਡੀ ਧੀ ਘਰੋਂ ਉੱਠ ਗਈ ਹੈ, ਤਾਂ ਉਹਨਾਂ ਤੇ ਕੀ ਬੀਤੀ ਹੋਵੇਗੀ। ਉਹ ਕਿੰਨਾ ਰੋਏ ਪਿੱਟੇ ਹੋਣਗੇ, ਉਹਨਾਂ ਦੀ ਪਿੰਡ ਵਿੱਚ ਕਿੰਨੀ ਬਦਨਾਮੀ ਹੋਈ ਹੋਵੇਗੀ। ਮੈਂ ਘਰ ਦਾ ਸਾਰਾ ਸੋਨਾ ਚਾਂਦੀ ਨਗਦੀ ਲੈ ਆਈ ਸੀ, ਜੋ ਮੇਰੇ ਭਰਾ ਨੇ ਦਿਨ ਰਾਤ ਮਿਹਨਤ ਕਰਕੇ ਜੋੜਿਆ ਸੀ, ਤੇ ਜੋ ਮੇਰੇ ਪਿਓ ਨੇ ਵਿਆਹ ਮੌਕੇ ਮੇਰੀ ਮਾਂ ਨੂੰ ਸੋਨਾ ਪਾਇਆ ਸੀ, ਉਹ ਸਾਰਾ ਵੀ ਮੈਂ ਘਰੋਂ ਲੈ ਕੇ ਭੱਜ ਆਈ ਸੀ। ਮੈਂ ਆਪਣੀ ਮਾਂ ਤੇ ਭਰਾ ਦਾ ਵਿਸ਼ਵਾਸ ਤੋੜ ਕੇ ਆਈ ਸੀ, ਫਿਰ ਮੈਂ ਸੌਖੀ ਕਿਵੇਂ ਰਹਿ ਸਕਦੀ ਸੀ? ਜਦੋਂ ਮੈਂ ਉਹਨਾਂ ਦੋ ਜੀਆਂ ਨੂੰ ਤੜਫਾ ਕੇ ਆਈ ਸੀ ਜਿਨ੍ਹਾਂ ਨੇ ਮੈਨੂੰ ਜਾਨ ਤੋਂ ਵੱਧ ਚਾਹਿਆ ਸੀ, ਮੈਂ ਆਪਣੀਆਂ ਸੋਚਾਂ ਦੀ ਲੜੀ ਵਿੱਚੋਂ ਬਾਹਰ ਨਿਕਲੀ ਤਾਂ ਮੇਰੀ ਨਣਦ ਆਨੰਦ ਕਾਰਜ ਕਰਾ ਕੇ ਵਾਪਸ ਆ ਗਏ ਸੀ ਅਤੇ ਉਹ ਸ਼ਗਨ ਦੀ ਰਸਮ ਲਈ ਬੈਠ ਗਏ ਸੀ। ਸਾਰੇ ਸ਼ਗਨ ਦੇ ਰਹੇ ਸੀ ਤੇ ਮੈਂ ਆਪਣੇ ਪਤੀ ਵਿੱਕੀ ਨੂੰ ਲੱਭ ਰਹੀ ਸੀ, ਪਰ ਉਹ ਮੇਰੇ ਕੋਲ ਨਹੀਂ ਆਇਆ ਸੀ। ਮੇਰੀ ਜਠਾਣੀ ਨੇ ਵੀ ਜੇਠ ਦੇ ਨਾਲ ਸ਼ਗਨ ਦੇ ਦਿੱਤਾ ਅਤੇ ਮੇਰੀ ਸੱਸ ਨੇ ਵੀ ਮੇਰੇ ਸਹੁਰੇ ਦੇ ਨਾਲ ਸ਼ਗਨ ਦੇ ਦਿੱਤਾ, ਪਰ ਮੈਂ ਇਕੱਲੀ ਬੈਠੀ ਸੀ। ਕਾਫੀ ਟਾਈਮ ਬਾਅਦ ਮੇਰਾ ਪਤੀ ਸ਼ਰਾਬ ਨਾਲ ਰੱਜਿਆ ਹੋਇਆ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਾ, ਤੂੰ ਐਂ ਬੈਠੀ ਆਂ, ਤੈਨੂੰ ਨਹੀਂ ਪਤਾ ਕਿ ਮੈਂ ਸ਼ਗਨ ਦੇਣਾ? ਮੈਂ ਆਪਣੇ ਪਤੀ ਨੂੰ ਇਸ ਤਰ੍ਹਾਂ ਵੇਖ ਕੇ ਹੱਕੀ ਬੱਕੀ ਰਹਿ ਗਈ ਸੀ। ਉਸਨੇ ਮੇਰੀ ਬਾਂਹ ਫੜੀ ਤੇ ਮੈਨੂੰ ਸ਼ਗਨ ਦੇਣ ਲਈ ਨਾਲ ਲੈ ਗਿਆ, ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ, ਜਿਸ ਦੇ ਕਾਰਨ ਮੈਂ ਆਪਣੇ ਮਾਂ-ਬਾਪ, ਭਾਈ ਸਭ ਕੁਝ ਛੱਡ ਆਈ। ਮੈਨੂੰ ਨਹੀਂ ਪਤਾ ਸੀ ਕਿ ਉਹ ਸ਼ਰਾਬ ਵੀ ਪੀਂਦਾ ਹੈ। ਵਿਆਹ ਤੋਂ ਬਾਅਦ ਸਾਰੇ ਜਣੇ ਘਰ ਆ ਗਏ ਸੀ। ਸਾਰੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ, ਪਰ ਮੇਰਾ ਪਤੀ ਵਿੱਕੀ ਦਾਰੂ ਦੇ ਨਸ਼ੇ ਵਿੱਚ ਬਹੁਤ ਪੁੱਠਾ ਸਿੱਧਾ ਬੋਲ ਰਿਹਾ ਸੀ, ਤੇ ਅੱਜ ਉਹਨੇ ਮੈਨੂੰ ਕੁਝ ਅਜਿਹੀਆਂ ਗੱਲਾਂ ਬੋਲੀਆਂ ਸੀ ਜੋ ਸੁਣ ਕੇ ਮੇਰੇ ਤੋਂ ਸਹਾਰੀਆਂ ਨਹੀਂ ਸੀ ਗਈਆਂ। ਉਹ ਕਹਿ ਰਿਹਾ ਸੀ ਕਿ ਤੂੰ ਜਿਹੜਾ ਸੋਨਾ ਤੇ ਪੈਸੇ ਲੈ ਕੇ ਆਈ ਆਂ, ਉਹ ਤਾਂ ਸਾਰੇ ਲੱਗ ਗਏ ਨੇ, ਮੈਨੂੰ ਹੋਰ ਪੈਸੇ ਚਾਹੀਦੇ ਨੇ। ਮੈਂ ਕਿਹਾ ਕਿ ਮੈਂ ਤੈਨੂੰ ਹੋਰ ਪੈਸੇ ਕਿੱਥੋਂ ਲਿਆ ਕੇ ਦੇਵਾਂ? ਮੈਂ ਤਾਂ ਆਪਣੇ ਮਾਪਿਆਂ ਦੇ ਘਰੋਂ ਸਭ ਕੁਝ ਚੁੱਕ ਕੇ ਲੈ ਆਈ ਸੀ। ਜੇਕਰ ਤੈਨੂੰ ਹੋਰ ਪੈਸੇ ਚਾਹੀਦੇ ਨੇ ਤਾਂ ਤੂੰ ਆਪਣੇ ਘਰੋਂ ਲੈ ਲਾ, ਜਾਂ ਫਿਰ ਤੁਸੀਂ ਕੋਈ ਨੌਕਰੀ ਲੱਭ ਲਵੋ। ਤਾਂ ਮੇਰਾ ਪਤੀ ਵਿੱਕੀ ਕਹਿਣ ਲੱਗਿਆ ਕਿ ਤੇਰੇ ਕਾਰਨ ਮੇਰੇ ਘਰ ਦੇ ਮੇਰੇ ਨਾਲ ਨਹੀਂ ਬੋਲਦੇ, ਤੇ ਉਹਨਾਂ ਨੇ ਮੈਨੂੰ ਆਪਣੀ ਜਾਇਦਾਦ ਵਿੱਚੋਂ ਵੀ ਬੇਦਖਲ ਕਰ ਦਿੱਤਾ ਹੈ। ਮੈਨੂੰ ਘਰੋਂ ਫੁੱਟੀ ਕੌਡੀ ਵੀ ਨਹੀਂ ਮਿਲਦੀ। ਇੱਕ ਤੇਰੇ ਕਰਕੇ ਹੀ ਇਹ ਸਭ ਕੁਝ ਹੋਇਆ ਹੈ। ਇਹ ਸੁਣ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਅੱਜ ਮੇਰਾ ਪਤੀ ਮੇਰੇ ਨਾਲ ਕਿੱਦਾਂ ਦਾ ਵਿਹਾਰ ਕਰ ਰਿਹਾ ਸੀ, ਤੇ ਅੱਜ ਉਹ ਕਹਿ ਰਿਹਾ ਸੀ ਕਿ ਮੈਂ ਤੈਨੂੰ ਲਿਆ ਕੇ ਪਛਤਾ ਰਿਹਾ ਹਾਂ। ਜੇਕਰ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਮੈਂ ਅੱਜ ਮੌਜਾਂ ਕਰਦਾ, ਨਾਲੇ ਮੇਰੇ ਘਰ ਦੇ ਮੈਨੂੰ ਖੁੱਲ੍ਹੇ ਪੈਸੇ ਵਰਤਣ ਨੂੰ ਦਿੰਦੇ, ਤੇ ਨਾਲੇ ਕਿਸੇ ਦਾ ਵੀ ਮੇਰੇ ਨਾਲ ਮੂੰਹ ਵਿੰਗਾ ਨਾ ਹੁੰਦਾ। ਪਰ ਮੇਰੀਆਂ ਅੱਖਾਂ ਦੇ ਤਾਂ ਤੇਰੇ ਪਿਆਰ ਦੀ ਪੱਟੀ ਚੜ੍ਹ ਗਈ ਸੀ। ਮੈਨੂੰ ਕੀ ਪਤਾ ਸੀ ਕਿ ਮੈਂ ਤੈਨੂੰ ਲਿਆ ਕੇ ਕਸੂਤਾ ਫਸ ਜਾਵਾਂਗਾ। ਫਿਰ ਇਸੇ ਤਰ੍ਹਾਂ ਦਿਨੋਂ ਦਿਨ ਉਸਦੀ ਇਹ ਸ਼ਰਾਬ ਪੀਣ ਦੀ ਆਦਤ ਵੱਧਦੀ ਗਈ। ਹੁਣ ਤਾਂ ਉਹ ਹਰ ਰੋਜ਼ ਪੀ ਕੇ ਆਉਂਦਾ ਤੇ ਮੇਰੇ ਤੇ ਹੱਥ ਵੀ ਚੁੱਕਦਾ ਸੀ। ਮੈਂ ਕਿਹਦੇ ਕੋਲ ਰੋਂਦੀ? ਇੱਕ ਦਿਨ ਉਹਨੇ ਮੈਨੂੰ ਬਹੁਤ ਹੀ ਕੁੱਟਿਆ ਤੇ ਕਹਿਣ ਲੱਗਾ ਕਿ ਚਲੀ ਜਾ ਮੇਰੀ ਜ਼ਿੰਦਗੀ ਵਿੱਚੋਂ। ਤਾਂ ਮੈਂ ਕਿਹਾ ਕਿ ਹੁਣ ਮੈਂ ਕਿੱਥੇ ਚਲੀ ਜਾਵਾਂ, ਪੇਕਿਆਂ ਨਾਲ ਤਾਂ ਮੈਂ ਵਰਤਣ ਜੋਗੀ ਨਹੀਂ ਰਹੀ। ਫਿਰ ਮੈਂ ਰੋਂਦੀ ਰੋਂਦੀ ਆਪਣੀ ਸੱਸ ਦੇ ਕੋਲ ਗਈ ਤੇ ਉਸਨੂੰ ਦੱਸਿਆ ਕਿ ਮੰਮੀ, ਇਹ ਮੈਨੂੰ ਰੋਜ਼ ਕੁੱਟਦੇ ਮਾਰਦੇ ਨੇ। ਤਾਂ ਮੇਰੀ ਸੱਸ ਕਹਿੰਦੀ ਕਿ ਮੈਂ ਤੇਰੀਆਂ ਗੱਲਾਂ ਤਾਂ ਸੁਣਾ ਜੇਕਰ ਮੈਂ ਤੈਨੂੰ ਵਿਆਹ ਕੇ ਲਿਆਂਦਾ ਹੋਵੇ। ਤੂੰ ਆਪਦੀ ਮਰਜ਼ੀ ਨਾਲ ਆਈ ਆਂ ਤੇ ਹੁਣ ਫਿਰ ਭੁਗਤ। ਘਰ ਦੇ ਵਿੱਚ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਤੇ ਮੈਂ ਆਪਦੇ ਮਾਂ ਤੇ ਭਰਾ ਨੂੰ ਫੋਨ ਕਿਹੜੇ ਮੂੰਹ ਨਾਲ ਲਾਉਂਦੀ। ਬਸ ਹੁਣ ਮੇਰੀ ਇਹੀ ਜ਼ਿੰਦਗੀ ਸੀ ਕਿ ਸਾਰਾ ਦਿਨ ਡੰਗਰਾਂ ਦਾ ਗੋਹਾ ਕੂੜਾ ਸੁੱਟਣਾ, ਸਾਰਾ ਦਿਨ ਸਾਰੇ ਟੱਬਰ ਦੇ ਕੱਪੜੇ ਧੋਣੇ ਤੇ ਜੂਠੇ ਬਰਤਨ ਮਾਂਜਣੇ। ਫਿਰ ਸ਼ਾਮ ਨੂੰ ਜਦੋਂ ਮੇਰੇ ਪਤੀ ਨੇ ਘਰੇ ਆਉਣਾ ਤਾਂ ਉਹਦੇ ਤੋਂ ਕੁੱਟ ਖਾਣੀ, ਕਿਉਂਕਿ ਉਸਨੂੰ ਤਾਂ ਬਹਾਨਾ ਚਾਹੀਦਾ ਸੀ ਕੋਈ ਨਾ ਕੋਈ ਮੇਰੇ ਤੇ ਹੱਥ ਚੁੱਕਣ ਦਾ। ਉਹ ਚਾਹੁੰਦਾ ਸੀ ਕਿ ਮੈਂ ਕੁੱਟ ਤੋਂ ਡਰਦੀ ਮਾਰੀ ਘਰੋਂ ਚਲੀ ਜਾਵਾਂ ਤੇ ਉਹ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਵਾ ਲਵੇ, ਕਿਉਂਕਿ ਹੁਣ ਉਸ ਦਾ ਮੇਰੇ ਤੋਂ ਮਨ ਭਰ ਚੁੱਕਿਆ ਸੀ। ਪਰ ਮੈਂ ਕਿੱਥੇ ਜਾਂਦੀ? ਮੈਂ ਤਾਂ ਜਿਸ ਦਿਨ ਮਾਪਿਆਂ ਦੇ ਘਰੋਂ ਭੱਜ ਕੇ ਆਈ ਸੀ, ਉਸ ਦਿਨ ਹੀ ਮਾਪਿਆਂ ਦੇ ਦਰਵਾਜ਼ੇ ਮੇਰੇ ਲਈ ਬੰਦ ਹੋ ਗਏ ਸੀ।
ਮੈਂ ਉਹਨਾਂ ਦੇ ਲਈ ਜਿਉਂਦੀ ਹੀ ਮਰ ਗਈ ਸੀ। 1 ਸਾਲ ਬਾਅਦ ਮੇਰੇ ਘਰ ਧੀ ਹੋਈ। ਜਦੋਂ ਮੇਰੇ ਘਰੇ ਧੀ ਹੋਈ ਤਾਂ ਉਸ ਵਕਤ ਮੈਨੂੰ ਸਾਰਿਆਂ ਨੇ ਤਾਨੇ ਮਿਹਣੇ ਦਿੱਤੇ। ਸਭ ਤੋਂ ਪਹਿਲਾਂ ਮੇਰੀ ਸੱਸ ਨੇ ਕਿਹਾ ਕਿ ਉਰੇ ਫੜਾ ਮੈਨੂੰ, ਇਹਨੂੰ ਗੁੜਤੀ ਮੈਂ ਦੇਵਾਂ, ਕਿਤੇ ਆਪਣੇ ਮੱਥੇ ਨਾ ਲਾ ਲਵੀਂ, ਕਿਉਂਕਿ ਜੇਕਰ ਇਹ ਤੇਰੇ ਤੇ ਗਈ ਤਾਂ ਸਾਡੇ ਟੱਬਰ ਨੂੰ ਲੀਕ ਹੀ ਲੱਗ ਜਾਵੇਗੀ। ਫਿਰ ਮੇਰੀ ਜਠਾਣੀ ਕਹਿਣ ਲੱਗੀ, ਵੇਖੀ ਕਿਤੇ ਕੁੜੀ ਦੇ ਕਰਮ ਤੇਰੇ ਵਰਗੇ ਨਾ ਹੋਣ। ਮੇਰਾ ਪਤੀ ਹੁਣ ਵੀ ਜਦੋਂ ਮੈਨੂੰ ਕੁੱਟਦਾ ਸੀ ਤਾਂ ਇੱਕੋ ਗੱਲ ਕਹਿੰਦਾ ਸੀ ਕਿ ਕੁੜੀ ਨੂੰ ਚੰਗੀ ਮੱਤ ਦੇਵੀਂ, ਆਪਦੇ ਵਰਗੀ ਨਾ ਬਣਾ ਲਵੀਂ। ਮੇਰੀ ਧੀ ਵੱਡੀ ਹੋ ਕੇ ਤੇਰੇ ਵਰਗੀ ਨਹੀਂ ਹੋਣੀ ਚਾਹੀਦੀ। ਮੈਂ ਚੁੱਪਚਾਪ ਕੁੜੀ ਕੁੱਟ ਖਾਂਦੀ ਰਹਿੰਦੀ। ਮੰਨਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਸੀ, ਪਰ ਜਿੰਨੀ ਗਲਤੀ ਮੇਰੀ ਸੀ ਓਨੀ ਹੀ ਮੇਰੇ ਪਤੀ ਵਿੱਕੀ ਦੀ ਵੀ ਸੀ। ਪਰ ਉਹ ਇੱਕ ਮਰਦ ਸੀ, ਇਸ ਲਈ ਉਹਦੀ ਗਲਤੀ ਮਾਫ਼ ਕੀਤੀ ਜਾ ਸਕਦੀ ਸੀ, ਤੇ ਮੈਂ ਇੱਕ ਔਰਤ ਸੀ, ਮੇਰੀ ਗਲਤੀ ਮਾਫ਼ ਨਹੀਂ ਕੀਤੀ ਜਾ ਸਕਦੀ ਸੀ, ਕਿਉਂਕਿ ਮੈਂ ਮਾਪਿਆਂ ਦਾ ਭਰੋਸਾ ਤੋੜ ਕੇ ਆਈ ਸੀ। ਮੇਰੇ ਮਾਪਿਆਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਸੀ। ਮੇਰੇ ਪਤੀ ਲਈ ਉਸਦੇ ਘਰਦਿਆਂ ਦੇ ਦਰਵਾਜ਼ੇ ਖੁੱਲ੍ਹੇ ਸੀ, ਤੇ ਉਸਦੇ ਘਰਦਿਆਂ ਨੂੰ ਉਸਦੇ ਨਾਲ ਇੱਕੋ ਹੀ ਸ਼ਿਕਾਇਤ ਸੀ ਕਿ ਉਸਨੇ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਿਉਂ ਨਹੀਂ ਕਰਵਾਇਆ। ਹੌਲੀ ਹੌਲੀ ਮੇਰੀ ਕੁੜੀ ਵੱਡੀ ਹੋ ਗਈ ਤੇ 5ਵੀਂ ਕਲਾਸ ਵਿੱਚ ਹੋ ਗਈ। ਇੱਕ ਦਿਨ ਵੈਨ ਤੋਂ ਉਤਰਦੀ ਹੋਈ ਆਈ ਤੇ ਮੈਂ ਪੁੱਛਿਆ ਕਿ ਪੁੱਤ ਕੀ ਗੱਲ ਆ, ਰੋਂਦੀ ਕਿਉਂ ਆ? ਤਾਂ ਕਹਿਣ ਲੱਗੀ, ਮੰਮੀ ਜਦੋਂ ਵੀ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਨੇ ਤਾਂ ਸਾਰੇ ਬੱਚੇ ਆਪੋ ਆਪਣੇ ਨਾਨਕੀ ਜਾਂਦੇ ਨੇ, ਪਰ ਤੁਸੀਂ ਮੈਨੂੰ ਕਦੇ ਵੀ ਨਾਨਕੇ ਨਹੀਂ ਲੈ ਕੇ ਗਏ ਅਤੇ ਨਾ ਹੀ ਕਦੇ ਮੈਨੂੰ ਨਾਨਕੇ ਪਿੰਡ ਦਾ ਨਾਮ ਦੱਸਿਆ ਹੈ। ਮੰਮੀ ਤੁਸੀਂ ਮੈਨੂੰ ਨਾਨਕੇ ਕਦੋਂ ਲੈ ਕੇ ਜਾਣਾ ਹੈ? ਪਤਾ ਮੇਰੇ ਨਾਲ ਇੱਕ ਕੁੜੀ ਪੜ੍ਹਦੀ ਆ, ਖੁਸ਼ੀ, ਉਹ ਆਖਦੀ ਸੀ ਕਿ ਅੱਜ ਸ਼ਾਮੀ ਉਸਦੀ ਨਾਨੀ ਉਸਨੂੰ ਲੈਣ ਆਵੇਗੀ। ਮੰਮੀ ਪਰ ਮੇਰੀ ਨਾਨੀ ਕਿਉਂ ਨਹੀਂ ਆਉਂਦੀ? ਤੁਸੀਂ ਮੇਰੀ ਨਾਨੀ ਨੂੰ ਫੋਨ ਕਰੋ ਨਾ ਕਿ ਮੈਨੂੰ ਛੁੱਟੀਆਂ ਹੋ ਗਈਆਂ ਨੇ, ਉਹ ਮੈਨੂੰ ਆ ਕੇ ਲੈ ਜਾਣ। ਇਹ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬ ਗਈਆਂ ਸੀ। ਮੈਂ ਅੰਦਰੋਂ ਅੰਦਰੀ ਰੋ ਰਹੀ ਸੀ ਕਿ ਕਿਹੜੇ ਮੂੰਹ ਨਾਲ ਤੇਰੀ ਨਾਨੀ ਨੂੰ ਫੋਨ ਕਰਾਂ। ਪੁੱਤ ਮੈਂ ਤਾਂ ਤੇਰੀ ਨਾਨੀ ਦੀ ਕੁੱਖੋਂ ਜੰਮ ਕੇ ਉਸਦੀ ਕੁੱਖ ਨੂੰ ਲੀਕ ਲਾ ਕੇ ਆਈ ਸੀ। ਅੱਜ ਇੱਕ ਧੀ ਦੀ ਮਾਂ ਬਣ ਕੇ ਮੈਨੂੰ ਪਤਾ ਲੱਗਿਆ ਕਿ ਮੈਂ ਕਿੰਨਾ ਵੱਡਾ ਗੁਨਾਹ ਕਰਕੇ ਆਈ ਸੀ। ਆਪਣੀ ਧੀ ਨੂੰ ਬਸ ਇਹੀ ਬਹਾਨਾ ਲਾ ਦਿੰਦੀ ਕਿ ਪੁੱਤ ਅਗਲੇ ਸਾਲ ਦੀਆਂ ਛੁੱਟੀਆਂ ਵਿੱਚ ਜ਼ਰੂਰ ਚੱਲਾਂਗੇ। ਪਰ 8-10 ਸਾਲ ਬੀਤ ਗਏ ਤੇ ਉਹ ਸਾਲ ਕਦੇ ਵੀ ਨਾ ਆਇਆ ਜਿਸ ਸਾਲ ਮੈਂ ਉਸਨੂੰ ਨਾਨਕੀ ਲੈ ਕੇ ਜਾਣਾ ਸੀ। ਹੁਣ ਹੌਲੀ ਹੌਲੀ ਆਂਢੀਆਂ ਗੁਆਂਢੀਆਂ ਤੋਂ ਮੇਰੀ ਧੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਆਪਣੇ ਪੇਕਿਆਂ ਦੇ ਨਾਲ ਕਿਉਂ ਨਹੀਂ ਵਰਤਦੀ। ਹੁਣ ਤਾਂ ਕਦੇ ਕਦੇ ਮੈਨੂੰ ਮੇਰੀ ਧੀ ਵੀ ਮਿਹਣਾ ਦੇ ਦਿੰਦੀ ਸੀ ਕਿ ਮਾਂ ਤੂੰ ਭੱਜ ਕੇ ਆਈ ਸੀ। ਜਦੋਂ ਮੈਂ ਕਹਿਣਾ ਕਿ ਪੁੱਤ ਤੈਨੂੰ ਕਿਹਨੇ ਕਿਹਾ, ਤਾਂ ਉਹ ਕਹਿ ਦਿੰਦੀ ਕਿ ਮਾਂ ਮੈਂ ਕੋਈ ਬੱਚੀ ਨਹੀਂ ਆ, ਮੈਂ ਸਭ ਸਮਝਦੀ ਆ। ਉਸ ਵਕਤ ਮੇਰੇ ਪੱਲੇ ਪਛਤਾਵੇ ਤੋਂ ਕੁਝ ਵੀ ਨਹੀਂ ਸੀ ਬਚਦਾ। ਇੱਕ ਦਿਨ ਮੈਂ ਡਰਦੀ ਡਰਦੀ ਨੇ ਆਪਣੀ ਮਾਂ ਨੂੰ ਫੋਨ ਲਾਇਆ। ਜਦੋਂ ਮੇਰੀ ਮਾਂ ਨੇ ਫੋਨ ਚੁੱਕਿਆ ਤਾਂ ਉਹ ਮੇਰੀ ਆਵਾਜ਼ ਸੁਣ ਕੇ ਮੈਨੂੰ ਮੰਦਾ ਚੰਗਾ ਬੋਲਣ ਲੱਗ ਪਈ। ਪਰ ਜਦੋਂ ਮੈਂ ਫੋਨ ਤੇ ਉੱਚੀ ਉੱਚੀ ਰੋ ਰਹੀ ਸੀ ਤਾਂ ਮੇਰੀ ਮਾਂ ਦਾ ਦਿਲ ਪਿਘਲ ਗਿਆ। ਉਸਨੇ ਕਿਹਾ ਕਿ ਮੈਂ ਉਸਨੂੰ ਕਿਹਾ ਕਿ ਮਾਂ ਮੈਂ ਤੇਰਾ ਦਿਲ ਦੁਖਾ ਕੇ ਕਿਵੇਂ ਸੌਖੀ ਰਹਿ ਸਕਦੀ ਹਾਂ। ਕਾਸ਼ ਮੈਂ ਤੇਰੀ ਗੱਲ ਮੰਨੀ ਹੁੰਦੀ। ਪਰ ਮੈਨੂੰ ਸੱਚ ਦੱਸ, ਤਾਈ ਨੇ ਮੇਰੇ ਘਰ ਤੋਂ ਜਾਣ ਤੋਂ ਬਾਅਦ ਤੇਰੇ ਨਾਲ ਸਾਡੇ ਵਿਆਹ ਦੀ ਗੱਲ ਨਹੀਂ ਕੀਤੀ ਕਿ ਮੈਂ ਤਾਈ ਦੇ ਭਾਣਜੇ ਨਾਲ ਹੀ ਤਾਂ ਵਿਆਹ ਕਰਵਾਇਆ ਸੀ? ਮੇਰੀ ਮਾਂ ਕਹਿਣ ਲੱਗੀ ਕਿ ਮੈਨੂੰ ਤੇਰੀ ਤਾਈ ਨੇ ਕੁਝ ਵੀ ਨਹੀਂ ਦੱਸਿਆ, ਸਗੋਂ ਜਦੋਂ ਮੈਂ ਤੈਨੂੰ ਲੱਭਦੀ ਲੱਭਦੀ ਤੇਰੀ ਤਾਈ ਦੇ ਘਰ ਗਈ ਸੀ ਤਾਂ ਉਸਨੇ ਮੈਨੂੰ ਹੀ ਖਰੀਆਂ ਖੋਟੀਆਂ ਸੁਣਾਈਆਂ। ਮੇਰੇ ਘਰੋਂ ਆਉਣ ਤੋਂ ਬਾਅਦ ਜੋ ਕੁਝ ਵੀ ਵਾਪਰਿਆ ਸੀ ਉਹ ਮੇਰੀ ਮਾਂ ਨੇ ਮੈਨੂੰ ਸਾਰਾ ਦੱਸਿਆ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਠੀਕ ਕਹਿੰਦੀ ਸੀ। ਘਰੋਂ ਭਜਾਉਣ ਵੇਲੇ ਤਾਂ ਤਾਈ ਮੈਨੂੰ ਪੂਰੀ ਹੱਲਾਸ਼ੇਰੀ ਦਿੰਦੀ ਸੀ, ਪਰ ਬਾਅਦ ਵਿੱਚ ਉਹ ਵੀ ਮੇਰੇ ਤੋਂ ਪਿੱਛਾ ਛੁਡਾ ਗਈ। ਤਾਂ ਮੇਰੀ ਮਾਂ ਕਹਿਣ ਲੱਗੀ ਕਿ ਜਦੋਂ ਮੈਂ ਤੇਰੀ ਤਾਈ ਕੋਲ ਆਈ ਸੀ ਤਾਂ ਮੈਂ ਵੀ ਇਹੀ ਗੱਲ ਕਹੀ ਸੀ ਕਿ ਤੇਰੇ ਭਾਣਜੇ ਨਾਲ ਹੀ ਮੇਰੀ ਕੁੜੀ ਵਿਆਹ ਕਰਵਾਉਣ ਨੂੰ ਕਹਿੰਦੀ ਸੀ, ਪਰ ਤੇਰੀ ਤਾਈ ਨੇ ਮੇਰੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਉਹ ਮੈਨੂੰ ਕਹਿੰਦੀ ਰਹੀ ਕਿ ਮੇਰਾ ਭਾਣਜਾ ਤਾਂ ਆਪਣੇ ਮਾਂ-ਪਿਓ ਤੋਂ 1 ਇੰਚ ਵੀ ਬਾਹਰ ਨਹੀਂ, ਉਹ ਤਾਂ ਤੇਰੀ ਹੀ ਧੀ ਸੀ ਜਿਹੜੀ ਮੇਰੇ ਭਾਣਜੇ ਨੂੰ ਮੰਗਰ ਲਾਈ ਫਿਰਦੀ ਸੀ। ਇਹ ਗੱਲ ਸੁਣ ਕੇ ਮੈਨੂੰ ਆਪਣੀ ਤਾਈ ਤੇ ਬਹੁਤ ਗੁੱਸਾ ਆ ਰਿਹਾ ਸੀ। ਭਾਵੇਂ ਕਿ ਮੈਂ ਆਪਣੇ ਮਾਂ ਤੇ ਭਰਾ ਦੀ ਇੱਜ਼ਤ ਨੂੰ ਲੀਕ ਲਾ ਕੇ ਆਈ ਸੀ, ਪਰ ਮੇਰੀ ਮਾਂ ਮੇਰੇ ਨਾਲ ਗੱਲ ਕਰਦੀ ਕਰਦੀ ਰੋ ਰਹੀ ਸੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹੁੰਦੀ ਹਾਂ। ਮੇਰੀ ਮਾਂ ਨੇ ਕਿਹਾ ਕਿ ਤੂੰ ਘਰ ਨਾ ਆਵੀਂ, ਮੈਂ ਤੈਨੂੰ ਸ਼ਹਿਰ ਦੇ ਵਿੱਚ ਮਿਲ ਲਵਾਂਗੀ। ਫਿਰ ਮੇਰੀ ਮਾਂ ਨਾਲ ਲੱਗਦੇ ਸ਼ਹਿਰ ਦੇ ਬੱਸ ਅੱਡੇ ਵਿੱਚ ਆ ਕੇ ਮੈਨੂੰ ਮਿਲੀ। ਜਦੋਂ ਮੈਂ ਆਪਣੀ ਮਾਂ ਨੂੰ ਮਿਲੀ ਤਾਂ ਅਸੀਂ ਮਾਵਾਂ ਧੀਆਂ ਇੱਕ ਦੂਜੀ ਦੇ ਗਲ ਲੱਗ ਕੇ ਬਹੁਤ ਰੋਈਆਂ। ਮੇਰੀ ਧੀ ਮੈਨੂੰ ਰੋਂਦੀ ਵੇਖ ਕੇ ਪੁੱਛਣ ਲੱਗੀ ਕਿ ਮਾਂ ਤੂੰ ਰੋ ਕਿਉਂ ਰਹੀ ਹੈ?
ਅਤੇ ਇਹ ਕੌਣ ਹੈ? ਤਾਂ ਮੈਂ ਆਪਣੀ ਧੀ ਨੂੰ ਕਿਹਾ ਕਿ ਪੁੱਤ, ਇਹ ਤੇਰੀ ਨਾਨੀ ਹੈ। ਨਾਨੀ ਦਾ ਨਾਂ ਸੁਣ ਕੇ ਮੇਰੀ ਧੀ ਮੇਰੀ ਮਾਂ ਦੇ ਗਲ ਲੱਗ ਗਈ। ਮੇਰੀ ਮਾਂ ਨੇ ਮੇਰੀ ਧੀ ਨੂੰ ਗਲ ਨਾਲ ਲਾ ਕੇ ਬਹੁਤ ਪਿਆਰ ਦਿੱਤਾ। ਮੇਰੀ ਮਾਂ ਕੁਝ ਨਹੀਂ ਬੋਲੀ, ਬਸ ਉਹ ਰੋਈ ਹੀ ਜਾ ਰਹੀ ਸੀ ਅਤੇ ਮੇਰੀ ਮਾਂ ਦੀਆਂ ਅੱਖਾਂ ਦੇ ਵਿੱਚੋਂ ਨਿਕਲਦੇ ਹੰਝੂ ਵੇਖ ਕੇ ਮੈਨੂੰ ਆਪਣੇ ਆਪ 'ਤੇ ਗਿਲਾਨੀ ਆ ਰਹੀ ਸੀ ਕਿ ਇਹਨਾਂ ਹੰਝੂਆਂ ਦਾ ਕਾਰਨ ਮੈਂ ਹੀ ਹਾਂ। ਮੈਂ ਮੇਰੀ ਮਾਂ ਨੂੰ ਬਸ ਇੱਕੋ ਗੱਲ ਕਹਿ ਸਕੀ ਕਿ ਮਾਂ, ਤੈਨੂੰ ਦੁਖੀ ਕਰਕੇ ਮੈਂ ਸੌਖੀ ਨਹੀਂ ਰਹਿ ਸਕਦੀ। ਮੈਂ ਗਲਤੀ ਕੀਤੀ ਕਿ ਤੇਰੀ ਗੱਲ ਨਹੀਂ ਮੰਨੀ। ਅੱਜ ਮੈਂ ਉਸੇ ਵੇਲੇ ਨੂੰ ਪਛਤਾ ਰਹੀ ਹਾਂ। ਇਹ ਕਹਿ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਇਹ ਸੀ ਇੱਕ ਭੈਣ ਦੀ ਕਹਾਣੀ। ਆਮ ਹੀ ਜੋ ਕੁੜੀਆਂ ਘਰੋਂ ਭੱਜ ਕੇ ਵਿਆਹ ਕਰਵਾਉਂਦੀਆਂ ਨੇ, ਉਹਨਾਂ ਨਾਲ ਇਸ ਤਰ੍ਹਾਂ ਹੁੰਦਾ ਹੈ। ਇਸ ਲਈ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਕਦੇ ਵੀ ਅਜਿਹਾ ਕਦਮ ਨਾ ਚੁੱਕੋ ਜਿਸ ਦੇ ਕਾਰਨ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ। ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।